ਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਪਾਵਨ ਸ਼ਬਦ ਅੰਮ੍ਰਿਤਮਈ ਬਾਣੀ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹਉ ਵਾਰੀ ਜੀਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਹਿ ਸੇ ਸਦਾ ਸੋਹ ਹੈ, ਸੋਭਾ ਸੁਰਤ ਸੁਹਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 122 ਦੇ ਉੱਪਰ ਸ਼ੋਭਾਇਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਜੋ ਰਹਾਉ ਵਾਲੀ ਪੰਕਤੀ ਆਪ ਜੀ ਨੇ ਸਰਵਨ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਹਉ ਵਾਰੀ ਜੀਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਕਿ ਮੈਂ ਉਹਨਾਂ ਤੋਂ ਸਦਕੇ ਜਾਵਾਂ, ਵਾਰੇ ਜਾਵਾਂ, ਜਿਨ੍ਹਾਂ ਨੇ ਸੁਖ ਸਹਿਜ ਦੇ ਵਿੱਚ ਆਪਣੇ ਅੰਦਰ ਸਮਾਧੀ ਲਗਾ ਲਈ ਹੈ। ਸੁਖ ਸਹਿਜ ਭਾਵ ਅਡੋਲਤਾ ਦੇ ਵਿੱਚ, ਜਿਨ੍ਹਾਂ ਦਾ ਅੰਦਰ ਮਨ ਟਿਕ ਗਿਆ ਔਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੁਖ ਬਣਿਆ, ਉਹ ਸਹਿਜ ਦੇ ਵਿੱਚ, ਅਡੋਲਤਾ ਦੇ ਵਿੱਚ, ਜਿਨ੍ਹਾਂ ਦੇ ਅੰਦਰ ਦੀ ਸਮਾਧੀ ਲੱਗ ਗਈ, ਉਹਨਾਂ ਤੋਂ ਮੈਂ ਵਾਰੇ ਬਲਹਾਰੇ ਜਾਵਾਂ। ਦੁਨੀਆ ਨੇ ਬਾਹਰ ਦੀਆਂ ਸਮਾਧੀਆਂ ਲਾ ਕੇ ਦੁਨੀਆ ਨੂੰ ਬਹੁਤ ਦਿਖਾਈਆਂ, ਪਰ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਸਮਾਧੀ ਦਾ ਕੀ ਲਾਭ ਕਿ ਨੇਤਰ ਬੰਦ ਹੋਣ, ਸਰੀਰ ਨੂੰ ਆਪਾਂ ਟਿਕਾ ਕੇ ਇਸ ਤਰ੍ਹਾਂ ਬੈਠੇ ਹੋਈਏ ਕਿ ਜਿਵੇਂ ਸਮਾਧੀ ਲੱਗੀ ਹੈ, ਪਰ ਅੰਦਰ ਮਨ ਡੋਲਦਾ ਹੋਵੇ, ਅੰਦਰ ਮਨ ਦੇ ਵਿੱਚ ਵਿਕਾਰ ਚੱਲਦੇ ਹੋਣ, ਅੰਦਰ ਮਨ ਦੇ ਵਿੱਚ ਚਿੰਤਾਵਾਂ ਹੋਣ, ਪਰੇਸ਼ਾਨੀਆਂ ਹੋਣ, ਇਹਨੂੰ ਸਮਾਧੀ ਨਹੀਂ ਕਹਿੰਦੇ। ਸਮਾਧੀ ਦਾ ਮਤਲਬ ਹੈ ਮਨ ਦਾ ਟਿਕ ਜਾਣਾ, ਮਨ ਦਾ ਅਡੋਲ ਹੋ ਜਾਣਾ,
ਤੇ ਅੰਦਰ ਹਿਰਦੇ ਦੇ ਵਿੱਚ ਸੁੱਖ ਜਿਹੜਾ ਹੈ ਉਹ ਮੰਨਣਾ, ਉਹ ਸਮਾਧੀ ਜਿਹਦੇ ਵਿੱਚ ਸੁੱਖ ਨੂੰ ਅੰਦਰੋਂ ਮਾਣਿਆ ਜਾ ਰਿਹਾ ਹੈ। ਤੇ ਜਿਨ੍ਹਾਂ ਨੇ ਇਹ ਸੁੱਖ ਸਹਿਜ ਵਾਲੀ ਸਮਾਧੀ ਲਗਾਈ, ਹਉ ਵਾਰੀ ਜਿਉ ਵਾਰੀ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਵਾਰੇ ਜਾਵਾਂ, ਸਦ ਕੇ ਜਾਵਾਂ। ਜੋ ਹਰ ਸੇਵਹਿ ਸੇ ਸਦਾ ਸੋਹੈ, ਸ਼ੋਭਾ ਸੁਰਤ ਸੁਹਾਵਣਿਆ। ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਸਿਮਰਿਆ ਹੈ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕੀਤਾ, ਉਹ ਸਦਾ ਹੀ ਸ਼ੋਭਨੀਕ ਨੇ, ਸੋਹਣੇ ਜੀਵਨ ਵਾਲੇ ਨੇ। ਤੇ ਮਾਲਕ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਉਹ ਸ਼ੋਭਾ ਪਾਉਂਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਸੁਰਤ ਨੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਲਿਆ। ਸਮਾਧੀ ਦਾ ਮਤਲਬ ਸੁਰਤ ਦਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਣਾ। ਹੁਣ ਸੁਰਤ ਵੀ ਹਿਲਦੀ ਨਹੀਂ, ਮਨ ਵੀ ਭਟਕਦਾ ਨਹੀਂ। ਜਿਹੜੇ ਇਸ ਅਵਸਥਾ ਵਿੱਚ ਆ ਕੇ ਜਿਨ੍ਹਾਂ ਨੇ ਸਿਮਰਿਆ ਔਰ ਸੋਹਣੇ ਜੀਵਨ ਵਾਲੇ ਹੋ ਗਏ, ਉਹਨਾਂ ਦਾ ਆਚਰਣ ਸੋਹਣਾ ਹੋ ਗਿਆ। ਸਾਹਿਬ ਜੀ ਕਹਿੰਦੇ ਉਹ ਸ਼ੋਭਨੀਕ ਜਿਹੜੇ ਨੇ, ਜਿਨ੍ਹਾਂ ਦੀ ਸੁਰਤ ਵਾਹਿਗੁਰੂ ਜੀ ਦੇ ਚਰਨਾਂ ਨਾਲ ਲੱਗੀ ਹੈ, ਹਉ ਵਾਰੀ ਜਿਉ ਵਾਰੀ, ਮੈਂ ਉਹਨਾਂ ਤੋਂ ਵਾਰੇ ਬਲਿਹਾਰੇ ਸਦ ਕੇ ਜਾਂਦਾ ਹਾਂ। ਸੱਚਾ ਸੇਵੀ ਸੱਚ ਸਲਾਹੀ, ਸਚੈ ਨਾਏ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਜਿਨ੍ਹਾਂ ਨੇ ਸੁਖ ਸਹਿਜ ਸਮਾਧ ਲਗਾਵਣਿਆ, ਇਸ ਅਵਸਥਾ ਤੱਕ ਪਹੁੰਚਣਾ ਕੀਤਾ, ਉਹ ਕਿਸ ਤਰ੍ਹਾਂ? ਕਿਉਂਕਿ ਉਹਨਾਂ ਨੇ ਸੱਚੇ ਨੂੰ ਸਿਮਰਿਆ ਹੈ, ਜੋ ਸਦੀਵੀ ਹੈ, ਸਦਾ ਥਿਰ ਰਹਿਣ ਵਾਲਾ ਪਰਮੇਸ਼ਵਰ ਦਾ ਨਾਮ। ਸੱਚਾ ਸੇਵੀ, ਜਿਨੇ ਸੱਚੇ ਨੂੰ ਸਿਮਰਿਆ, ਸੱਚ ਸਾਲਾਹੀ, ਔਰ ਜਿਨੇ ਸੱਚੇ ਦੀ ਸਿਫਤ ਸਲਾਹ ਕੀਤੀ, ਸੱਚੇ ਦੇ ਗੁਣ ਗਾਏ ਨੇ। ਹਰ ਵਕਤ ਹਰ ਸਮੇਂ ਸੱਚੇ ਨੂੰ ਸਿਮਰਨਾ ਔਰ ਉਹਦੀ ਸਿਫਤ ਸਲਾਹ ਜਿਹੜੀ ਹੈ ਉਹ ਕਰਨੀ। ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਜਿਹੜਾ ਹੈ ਉਹ ਕਦੇ ਵੀ ਉਹਨਾਂ ਨੂੰ ਛੂੰਹਦਾ ਨਹੀਂ। ਬੜੀ ਵਾਰ ਜ਼ਿਕਰ ਕੀਤਾ ਕਿ ਦੁੱਖ ਤਾਂ ਆਉਂਦਾ ਹੈ, ਪਰ ਕਈਆਂ ਨੂੰ ਦੁੱਖ ਛੂਹ ਜਾਂਦਾ ਹੈ ਤੇ ਡੁਲਾ ਜਾਂਦਾ ਹੈ, ਉਹ ਆਪਣੇ ਰਸਤੇ ਤੋਂ ਭਟਕ ਜਾਂਦੇ ਨੇ। ਪਰ ਕਈ ਐਸੇ ਨੇ ਕਿ ਜਿੰਨਾ ਮਰਜ਼ੀ ਦੁੱਖ ਆ ਜਾਏ ਉਹ ਅਡੋਲ ਰਹਿੰਦੇ ਨੇ, ਡੋਲਦੇ ਨਹੀਂ, ਕਿਉਂਕਿ ਦੁੱਖ ਆਇਆ ਹੈ ਪਰ ਉਹਨਾਂ ਨੂੰ ਛੂਹ ਨਹੀਂ ਰਿਹਾ। ਕਿਉਂ ਨਹੀਂ ਛੂ ਰਿਹਾ? ਕਿਉਂਕਿ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਚੌਗਿਰਦ ਹਮਾਰੇ ਰਾਮ ਕਾਰ, ਪਰਮੇਸ਼ਵਰ ਦਾ ਨਾਮ ਜਿਨ੍ਹਾਂ ਨੇ ਸਿਮਰਿਆ, ਜਿਨ੍ਹਾਂ ਨੇ ਸੱਚੇ ਦੀ ਸਿਫਤ ਸਲਾਹ ਨਾਲ ਜੁੜਨਾ ਕੀਤਾ, ਉਹਦੇ ਗੁਣ ਗਾਏ, ਫਿਰ ਸੱਚਾ ਪਰਮੇਸ਼ਵਰ ਦਾ ਨਾਮ ਉਹਨਾਂ ਨੂੰ ਕਦੇ ਵੀ ਦੁੱਖ ਜਿਹੜਾ ਮਹਿਸੂਸ ਨਹੀਂ ਹੋਣ ਦਿੰਦਾ। ਦੁੱਖ ਤਾਂ ਹੈ ਪਰ ਮਹਿਸੂਸ ਨਹੀਂ ਹੋ ਰਿਹਾ, ਦਰਦ ਤਾਂ ਹੈ, ਪੀੜਾ ਤੇ ਹੈ, ਪਰ ਉਹ ਮਹਿਸੂਸ ਨਹੀਂ, ਕਿਉਂਕਿ ਅੰਦਰ ਸਮਾਧੀ ਲੱਗ ਗਈ। ਜਿਸ ਤਰ੍ਹਾਂ ਸਰੀਰ ਦਾ ਆਪਰੇਸ਼ਨ ਕਰਨਾ ਹੋਵੇ ਕਿਸੇ ਪਾਰਟ ਦਾ, ਕਿਸੇ ਹਿੱਸੇ ਦਾ,
ਤੇ ਉਹਨੂੰ ਡਾਕਟਰ ਜਿਹੜੇ ਆ ਉਹ ਸੁੰਨ ਕਰ ਦਿੰਦੇ ਆ। ਜਦੋਂ ਉਹ ਜੇ ਮੰਨ ਲਓ ਵੀ ਜਿੱਥੇ ਇੰਜੈਕਸ਼ਨ ਲਾਇਆ ਉਹ ਜਗ੍ਹਾ ਸੁੰਨ ਹੋ ਗਈ, ਹੁਣ ਉੱਥੇ ਕੀ ਹੈ, ਉਹ ਚੀਰ ਫਾੜ ਕੀਤਾ ਜਾਂਦਾ ਹੈ, ਦਰਦ ਤੇ ਹੈ, ਪੀੜਾ ਤੇ ਹੈ, ਪਰ ਮਹਿਸੂਸ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ? ਕਿਉਂਕਿ ਉਹਨੂੰ ਸੁੰਨ ਕਰ ਦਿੱਤਾ। ਇਸੇ ਤਰ੍ਹਾਂ ਜਿਨ੍ਹਾਂ ਦੀ ਸੁੰਨ ਸਮਾਧੀ ਅੰਦਰ ਲੱਗ ਜਾਂਦੀ ਹੈ, ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਰੰਗ ਕੇ ਦਰਦ ਪੀੜਾ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ, ਦੁੱਖ ਮਹਿਸੂਸ ਨਹੀਂ ਹੁੰਦਾ। ਇਹ ਵੀ ਬੜੀ ਵਾਰ ਆਪਾਂ ਵਿਚਾਰ ਚੁੱਕੇ ਹਾਂ ਕਿ ਭਾਈ ਤਾਰੂ ਸਿੰਘ ਜੀ ਦਾ ਖੋਪਰ ਜਦੋਂ ਲੈਂਦਾ ਤੇ ਦਰਦ ਤਾਂ ਹੈ, ਪੀੜਾ ਤੇ ਹੈ, ਪਰ ਉਹ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਅੰਦਰ ਜਪਜੀ ਸਾਹਿਬ ਦਾ ਪਾਠ ਚੱਲਦਾ ਹੈ। ਭਾਈ ਦਿਆਲਾ ਜੀ ਉਬਲਦੇ ਪਾਣੀ ਵਿੱਚ ਬੈਠੇ ਆ, ਸਰੀਰ ਜਿਹੜਾ ਉਹ ਚਰਬੀ ਢਲ ਰਹੀ ਹੈ, ਹੁਣ ਉੱਥੇ ਦਰਦ ਪੀੜਾ ਤੇ ਹੈ, ਉਹਦਾ ਸੇਕ ਤੇ ਹੈ, ਪਰ ਉਹ ਲੱਗ ਨਹੀਂ ਰਿਹਾ, ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਅੰਦਰ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ। ਜਿਨ੍ਹਾਂ ਮਾਵਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਗਲ ਵਿੱਚ ਪਾਏ ਆ, ਦੁੱਖ ਤੇ ਹੈ ਉਹਨਾਂ ਨੂੰ, ਦੁੱਖ ਤੇ ਬਹੁਤ ਹੈ। ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਬੱਚਿਆਂ ਦੇ ਟੁਕੜੇ ਕੀਤੇ ਆ, ਪਰ ਉਹ ਦੁੱਖ ਉਹਨਾਂ ਨੂੰ ਛੂ ਨਹੀਂ ਰਿਹਾ, ਉਹ ਦੁੱਖ ਉਹਨਾਂ ਨੂੰ ਡੁਲਾ ਨਹੀਂ ਰਿਹਾ ਕਿਉਂਕਿ ਅਡੋਲ ਨੇ। ਕਿਉਂ ਨੇ? ਕਿਉਂਕਿ ਅੰਦਰ ਜਪਜੀ ਸਾਹਿਬ ਦਾ ਪਾਠ ਚੱਲਦਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਵਾਰੇ ਜਾਵਾਂ ਜਿਨ੍ਹਾਂ ਨੇ ਸੁਖ ਸਹਿਜ ਸਮਾਧ ਲਗਾਵਣਿਆ, ਜਿਨ੍ਹਾਂ ਨੇ ਅੰਦਰੋਂ ਸਮਾਧ ਦੇ ਧੱਦੇ ਨੂੰ ਸਿਹਾਰੀ ਸਮਾਧੀ, ਅੰਦਰ ਦੀ ਸਮਾਧੀ ਸੁਰਤ ਨੂੰ ਜੋੜ ਕੇ ਜਿਨ੍ਹਾਂ ਨੇ ਅੰਦਰ ਬਣਾ ਲਈ ਅਡੋਲਤਾ ਵਾਲੀ, ਉਹਨਾਂ ਨੂੰ ਉਹ ਸੁੱਖ ਮਿਲਦਾ ਹੈ ਕਿ ਸੱਚੈ ਨਾਏ ਦੁੱਖ ਕਬਹੀ ਨਾਹੀ। ਸੱਚੇ ਦੇ ਨਾਮ ਵਿੱਚ ਜੁੜਿਆ ਹੋਇਆ ਦੁੱਖ ਉਹਨਾਂ ਨੂੰ ਕਦੇ ਵੀ ਜਿਹੜਾ ਉਹ ਸਤਾਉਂਦਾ ਨਹੀਂ ਹੈ, ਉਹ ਦੁੱਖ ਉਹਨਾਂ ਨੂੰ ਕਦੇ ਵੀ ਡਲਾਉਂਦਾ ਨਹੀਂ, ਉਹ ਡੋਲਦੇ ਨਹੀਂ, ਆਪਣੇ ਰਾਹ ਤੋਂ ਭਟਕਦੇ ਨਹੀਂ, ਕਿਉਂਕਿ ਉਹ ਦੁੱਖ ਵਿੱਚ ਸੂਖ ਮਨਾਈ ਵਾਲੀ ਅਵਸਥਾ ਤੇ ਪਹੁੰਚ ਗਏ ਵੀ ਦੁੱਖ ਹੈ ਪਰ ਉਹ ਅੰਦਰੋਂ ਸੁੱਖ ਮਾਣ ਰਹੇ ਨੇ। ਬਾਣੀ ਅਸੀਂ ਵੀ ਉਹੀ ਪੜ੍ਹ ਰਹੇ ਹਾਂ ਤੇ ਜਿਹੜੇ ਇਸ ਅਵਸਥਾ 'ਚ ਪਹੁੰਚੇ ਨੇ ਬਾਣੀ ਉਹਨਾਂ ਨੇ ਵੀ ਇਹੀ ਪੜ੍ਹ ਕੇ ਅਭਿਆਸ ਕੀਤਾ। ਫਰਕ ਇਹ ਹੈ ਕਿ ਬਾਣੀ ਹਜੇ ਤਨ ਤੱਕ ਹੀ ਸੀਮਤ ਹੈ, ਇਹ ਬਾਣੀ ਸਾਡੇ ਹਜੇ ਮਨ ਤੱਕ ਨਹੀਂ ਪਹੁੰਚੀ। ਤੇ ਜਿਸ ਦਿਨ ਗੁਰਬਾਣੀ ਦਾ ਅਸਰ ਸਾਡੇ ਮਨ ਤੇ ਹੋਵੇਗਾ, ਪ੍ਰਭਾਵ ਸਾਡੇ ਮਨ ਤੇ ਪਏਗਾ, ਉਸ ਦਿਨ ਸਾਡੇ ਅੰਦਰ ਸੁਖ ਸਹਿਜ ਸਮਾਧ ਲਗਾਵਣਿਆਂ ਦੀ ਖੇਡ ਬਣੇਗੀ। ਹਜੇ ਤੇ ਤਨ ਤੱਕ ਹੀ ਬਾਣੀ ਸੀਮਤ ਹੈ, ਬਾਹਰੋਂ ਹੀ ਪੜ੍ਹਨਾ, ਬਾਹਰੋਂ ਹੀ ਸੁਣਨਾ, ਬਾਹਰੋਂ ਹੀ ਜਪਣਾ। ਮਨ ਹਜੇ ਪੜ੍ਹ ਨਹੀਂ ਰਿਹਾ, ਮਨ ਸੁਣ ਨਹੀਂ ਰਿਹਾ, ਮਨ ਜਪ ਨਹੀਂ ਰਿਹਾ। ਪਰ ਰੋਜ਼ ਅਭਿਆਸ, ਇਹ ਨਹੀਂ ਕਿ ਆਪਾਂ ਬਾਣੀ ਪੜ੍ਹਨੀ ਛੱਡ ਦੇਣੀ ਹੈ। ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਬਾਣੀ ਦਾ ਅਭਿਆਸ ਕਰਨਾ ਛੱਡ ਦੇਣਾ। ਰੋਜ਼ 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 ਬਾਣੀ ਦਾ ਅਭਿਆਸ ਇਸੇ ਵਾਸਤੇ ਹੈ ਕਿ ਇੱਕ ਦਿਨ ਤਨ ਤੋਂ ਮਨ ਤੱਕ ਦਾ ਸਫ਼ਰ ਜਿਹੜਾ ਸਾਡਾ ਤੈਅ ਹੋ ਜਾਏ, ਇਹ ਬਾਣੀ ਸਾਡੇ ਮਨ ਵਿੱਚ ਵਸ ਜਾਏ। ਪਰ ਕਾਮਯਾਬੀ ਸਫਲਤਾ ਤਾਂ ਹੀ ਮਿਲੇਗੀ ਜੇ ਨਿਤ ਉਦਮ ਕਰਾਂਗੇ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਸੱਚਾ ਸੇਵੀ ਸੱਚ ਸਲਾਹੀ। ਜਿਨ੍ਹਾਂ ਨੇ ਸੱਚੇ ਨੂੰ ਸੇਵਿਆ, ਸੱਚੇ ਦੀ ਸਿਫਤ ਸਲਾਹ ਕੀਤੀ, ਸੱਚੇ ਨਾਏ ਸੱਚੇ ਨਾਮ ਵਿੱਚ ਜਿਹੜੇ ਰੰਗੇ ਗਏ, ਦੁੱਖ ਕਬਹੀ ਨਾਹੀ। ਦੁੱਖ ਕਦੇ ਵੀ ਉਹਨਾਂ ਨੂੰ ਛੂੰਹਦਾ ਨਹੀਂ, ਦੁੱਖ ਕਦੇ ਵੀ ਉਹਨਾਂ ਨੂੰ ਦੁਖੀ ਨਹੀਂ ਕਰਦਾ, ਪਰੇਸ਼ਾਨ ਨਹੀਂ ਕਰਦਾ।
ਸੁਖ ਦਾਤਾ ਸੇਵਨ ਸੁਖ ਪਾਇਨ, ਕਿਉਂਕਿ ਉਹਨਾਂ ਨੇ ਸੁੱਖਾਂ ਦੇ ਦਾਤੇ ਨੂੰ ਸਿਮਰ ਕੇ ਉਹ ਸੁੱਖ ਪਾ ਲਿਆ ਜਿਹਦੇ ਵਿੱਚ ਦੁੱਖ ਜਿਹੜਾ ਹੈ ਉਹ ਮਹਿਸੂਸ ਨਹੀਂ ਹੁੰਦਾ। ਉਹ ਸੁੱਖ ਪਾ ਲਿਆ ਜਿਹਦੇ ਨਾਲ ਅੰਦਰ ਦੁੱਖ ਜਿਹੜਾ ਹੈ ਹੁਣ ਸਤਾਉਂਦਾ ਨਹੀਂ ਹੈ। ਸੁੱਖਾਂ ਦੇ ਦਾਤੇ ਨੂੰ ਸਿਮਰ ਕੇ, ਪਰ ਹੁਣ ਸੁੱਖਾਂ ਦੇ ਦਾਤੇ ਨੂੰ ਸਿਮਰਿਆ ਕਿਵੇਂ ਤੇ ਸੁੱਖ ਪਾਇਆ ਕਿਵੇਂ, ਸੱਚੇ ਨਾਮ ਦੀ ਬਖਸ਼ਿਸ਼ ਕਿਵੇਂ ਅੰਦਰ ਵਰਤੀ, ਸੱਚਾ ਸੇਵੀ ਸੱਚ ਸਲਾਹੀ ਇਹ ਖੇਡ ਕਿਵੇਂ ਬਣੀ। ਗੁਰਮਤਿ ਮਨ ਵਸਾਵਣਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਆਪਣੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਾ ਲਿਆ। ਅਸੀਂ ਆਪਣੇ ਵੱਲੋਂ ਜਿੰਨਾ ਮਰਜ਼ੀ ਯਤਨ ਕਰੀ ਜਾਈਏ, ਪਰ ਜਿੰਨਾ ਚਿਰ ਗੁਰੂ ਸਾਹਿਬ ਦੀ ਮੱਤ ਨਹੀਂ ਲੈਂਦੇ ਉਨਾ ਚਿਰ ਆ ਸੁੱਖ ਸਾਨੂੰ ਪ੍ਰਾਪਤ ਨਹੀਂ ਹੋਣਾ। ਸੁੱਖ ਲੈਣ ਵਾਸਤੇ ਪਰਮੇਸ਼ਵਰ ਦਾ ਨਾਮ ਮਨ ਵਿੱਚ ਵਸਾਉਣ ਲਈ ਸਾਨੂੰ ਗੁਰੂ ਦੀ ਮੱਤ ਦੀ ਜ਼ਰੂਰਤ ਹੈ। ਅਸੀਂ ਆਪਣੀ ਮੱਤ ਤਾਂ ਵਰਤ ਕੇ ਵੇਖ ਲਈ, ਪਰ ਕਾਮਯਾਬ ਨਹੀਂ ਹੋ ਸਕੇ, ਕਾਮਯਾਬੀ ਨਹੀਂ ਮਿਲੀ। ਇਸ ਲਈ ਹੁਣ ਗੁਰੂ ਦੀ ਮੱਤ ਲੈ ਕੇ ਪਰਮੇਸ਼ਵਰ ਦਾ ਨਾਮ ਸਿਮਰ ਕੇ ਵੇਖੀਏ। ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੇ ਕਰਮ ਕਰਨ ਤੋਂ ਕਿਸੇ ਨੂੰ ਵਰਜਿਆ ਨਹੀਂ, ਰੋਕਿਆ ਨਹੀਂ। ਹਾਂ, ਉਹਨਾਂ ਨੂੰ ਮੱਤ ਦੇ ਕੇ ਤਰੀਕਾ ਸਮਝਾਇਆ ਹੈ ਕਿ ਧਰਮ ਦਾ ਕਰਮ ਕਰਨਾ ਕਿਵੇਂ ਹੈ, ਕਿਵੇਂ ਅੱਲਾਹ ਦੀ ਬੰਦਗੀ ਕਰਨੀ ਹੈ, ਕਿਵੇਂ ਉਹਦੀ ਆਰਤੀ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੁਸੀਂ ਆਰਤੀ ਨਾ ਕਰੋ, ਸਾਹਿਬ ਕਹਿੰਦੇ ਕਰੋ, ਪਰ ਜਿਵੇਂ ਤੁਹਾਨੂੰ ਮੈਂ ਕਹਿਣਾ ਉਸ ਤਰ੍ਹਾਂ ਆਰਤੀ ਕਰੋ, ਕਿਉਂਕਿ ਉਹਦੀ ਆਰਤੀ ਕੁਦਰਤ ਕਰਦੀ ਹੈ ਤੇ ਕੁਦਰਤ ਤੋਂ ਸਿੱਖ ਕੇ ਆਪਾਂ ਵੀ ਉਹਦੀ ਆਰਤੀ ਇਸ ਤਰ੍ਹਾਂ ਕਰੀਏ। ਉਹਨਾਂ ਨੂੰ ਇਹ ਨਹੀਂ ਆਖਿਆ ਵੀ ਅੱਜ ਤੋਂ ਬਾਅਦ ਤੁਸੀਂ ਆਰਤੀ ਨਹੀਂ ਕਰਨੀ, ਸਿਰਫ ਤਰੀਕਾ ਬਦਲਿਆ ਹੈ। ਜੁਗਤੀ ਮਹਾਰਾਜ ਨੇ ਦਿੱਤੀ ਹੈ, ਭਾਵ ਮੱਤ ਦੇ ਕੇ ਸਮਝਾਉਣਾ ਕੀਤਾ। ਸੱਜਣ ਨੂੰ ਆਖਿਆ ਵੀ ਤੇਰੀ ਧਰਮਸਾਲ ਜਿਹੜੀ ਆ ਨਾ ਇਹ ਬਿਲਕੁਲ ਠੀਕ ਹੈ, ਤੂੰ ਧਰਮ ਦੇ ਨਾਮ ਤੇ ਜੋ ਇਹ ਧਰਮਸਾਲ ਦੇ ਵਿੱਚ ਕਰਮ ਕਰ ਰਿਹਾ ਹੈ, ਤੂੰ ਸੱਜਣ ਅੰਦਰੋਂ ਵੀ ਬਣ ਕੇ ਇਹ ਕਰਮ ਕਰ, ਇਹ ਤੈਨੂੰ ਹੋਰ ਸੁੱਖ ਦੀ ਪ੍ਰਾਪਤੀ ਹੋਏਗੀ। ਮਹਾਰਾਜ ਨੇ ਉਹਦੀ ਸੋਚ ਬਦਲੀ ਹੈ, ਉਹਦੀ ਮੱਤ ਨੂੰ ਖਤਮ ਕਰਕੇ ਆਪਣੀ ਮੱਤ ਦੇ ਕੇ ਉਹਨੂੰ ਸੱਜਣ ਨੂੰ ਸੱਜਣ ਬਣਾਇਆ। ਵਲੀ ਕੰਧਾਰੀ ਨੂੰ ਮਹਾਰਾਜ ਨੇ ਸਮਝਾਇਆ ਕਿ ਜੇ ਤੇਰੇ ਕੋਲ ਪਾਣੀ ਦਾ ਚਸ਼ਮਾ ਹੈ ਤੇ ਪਰ ਉਪਕਾਰੀ ਬਣ, ਜੇ ਕੋਈ ਪਿਆਸਾ ਤਿਹਾਇਆ ਆਉਂਦਾ ਤੇ ਉਹਨੂੰ ਜਲ ਵੀ ਛਕਾਇਆ ਕਰ। ਮਹਾਰਾਜ ਨੇ ਹਰ ਇੱਕ ਨੂੰ ਮੱਤ ਦੇ ਕੇ ਉਹਦਾ ਤਰੀਕਾ ਬਦਲ ਕੇ ਉਹਨੂੰ ਜੋੜਨ ਦਾ ਯਤਨ ਕੀਤਾ। ਇਸ ਲਈ ਬਾਣੀ ਅਸੀਂ ਆਪਣੇ ਵੱਲੋਂ ਪੜ੍ਹ ਰਹੇ ਹਾਂ, ਪਾਠ ਕਰ ਰਹੇ ਹਾਂ, ਪਰ ਸਾਹਿਬ ਜੀ ਕਹਿੰਦੇ ਆ ਵੀ ਤੂੰ ਗੁਰੂ ਦੀ ਮੱਤ ਵੀ ਲੈ, ਤੂੰ ਗੁਰਮਤੀਆਂ ਵੀ ਬਣ। ਜਦੋਂ ਤੂੰ ਗੁਰਮਤੀਆਂ ਬਣੇਗਾ, ਭਾਵ ਗੁਰੂ ਦੀ ਮੱਤ ਲਏਗਾ, ਤੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਾਉਣਾ ਤੇਰੇ ਲਈ ਸੌਖਾ ਹੋ ਜਾਏਗਾ। ਤੇ ਜਿਨ੍ਹਾਂ ਨੇ ਗੁਰਮਤਿ ਮਨ ਵਸਾਵਣਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਆਪਣੇ ਮਨ ਦੇ ਵਿੱਚ ਪਰਮੇਸ਼ਵਰ ਦਾ ਨਾਮ ਵਸਾ ਲਿਆ, ਉਹ ਸੱਚਾ ਸੇਵੀ ਸੱਚ ਸਲਾਹੀ, ਸੱਚੇ ਨੂੰ ਸਿਮਰਦੇ ਆ, ਸੱਚੇ ਦੀ ਸਿਫਤ ਕਰਦੇ ਆ, ਸੱਚੇ ਨਾਮ ਨਾਲ ਜੁੜਿਆ ਦੁੱਖ ਉਹਨਾਂ ਨੂੰ ਕਦੇ ਛੋਂਦਾ ਨਹੀਂ ਹੈ, ਔਰ ਉਹ ਸੁੱਖਾਂ ਦੇ ਦਾਤੇ ਨੂੰ ਸਿਮਰ ਕੇ ਸੁੱਖ ਹੀ ਜਿਹੜੇ ਨੇ ਉਹ ਭੋਗਦੇ ਹਨ। ਸਭ ਕੋ ਤੇਰਾ ਭਗਤ ਕਹਾਏ, ਸਈ ਭਗਤ ਤੇਰਾ ਮਨ ਪਾਏ। ਸੱਚ ਬਾਣੀ ਤੁਧੈ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਪਦੇ ਵਿੱਚ ਕਿਰਪਾ ਕਰਦੇ।
ਕਿ ਜੇ ਬਾਹਰੋਂ ਵੇਖੀਏ ਤੇ ਸਾਰੇ ਹੀ ਆਪਣੇ ਆਪ ਨੂੰ ਰੱਬ ਦੇ ਭਗਤ ਕਹਾਰੇ ਨੇ। ਹਰ ਕੋਈ ਕਹਿੰਦਾ ਮੈਂ ਰੱਬ ਦਾ ਭਗਤ ਹਾਂ, ਹਰ ਕੋਈ ਕਹਿੰਦਾ ਮੈਂ ਰੱਬ ਦਾ ਭਗਤ ਹਾਂ, ਪਰ ਬਾਹਰੋਂ ਭਗਤ ਹੋਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬਾਹਰੀ ਰੂਪ ਵੇਖ ਕੇ ਨਹੀਂ ਕਿਹਾ ਜਾ ਸਕਦਾ ਵੀ ਇਹ ਭਗਤ ਹੈ, ਸੇਵਕ ਹੈ, ਇਹ ਬ੍ਰਹਮ ਗਿਆਨੀ ਹੈ, ਇਹ ਪੰਡਤ ਹੈ, ਇਹ ਸੰਨਿਆਸੀ ਹੈ, ਇਹ ਸਾਧੂ ਹੈ, ਇਹ ਸੰਤ ਹੈ। ਇਹ ਬਾਹਰ ਦਾ ਰੂਪ ਵੇਖ ਕੇ, ਬਾਹਰ ਦਾ ਪਹਿਰਾਵਾ ਵੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਇਹ ਅੰਦਰ ਦੇ ਜੀਵਨ ਨੇ ਬਿਆਨ ਕਰਨਾ ਹੈ ਕਿ ਇਹ ਵਾਕਈ ਪੰਡਤ ਹੈ, ਇਹ ਵਾਕਈ ਹੀ ਬ੍ਰਹਮ ਗਿਆਨੀ ਹੈ। ਇਸ ਲਈ ਮਹਾਰਾਜ ਨੇ ਕਿਹਾ ਤੁਸੀਂ ਸਰੂਪ ਨਾ ਵੇਖਿਆ ਕਰੋ, ਉਹਦੇ ਲੱਛਣ ਵੇਖਿਆ ਕਰੋ, ਉਹਦਾ ਜੀਵਨ ਵੇਖਿਆ ਕਰੋ, ਉਹਦੇ ਜੀਵਨ ਦੇ ਗੁਣ ਵੇਖਿਆ ਕਰੋ, ਉਹਦੇ ਲੱਛਣ ਵੇਖ ਕੇ ਫਿਰ ਅੰਦਾਜ਼ਾ ਲਾਇਆ ਕਰੋ ਵੀ ਇਹ ਬ੍ਰਹਮ ਗਿਆਨੀ ਹੈ ਜਾਂ ਨਹੀਂ ਹੈ, ਇਹ ਭਗਤ ਹੈ ਜਾਂ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਕਹਾਉਣ ਨੂੰ ਕੀ ਹੈ, ਸਾਰੇ ਹੀ ਕਹਾਈ ਜਾਂਦੇ ਆ ਮੈਂ ਰੱਬ ਦਾ ਭਗਤ ਹਾਂ, ਮੈਂ ਰੱਬ ਦਾ, ਪਰ ਮੂੰਹੋਂ ਕਹਿਣ ਨਾਲ ਜੇ ਭਗਤ ਬਣਦਾ ਹੋਵੇ ਇਹ ਤੇ ਆਪਾਂ ਸਾਰੇ ਹੀ ਬਣ ਜਾਈਏ। ਇਹ ਜਿੰਨੇ ਵੀ ਸੰਸਾਰ ਵਿੱਚ ਬੁਰੇ ਮਾੜੇ ਕਰਮ ਕਰਨ ਵਾਲੇ ਨੇ, ਜਿੰਨਾ ਵੀ ਭ੍ਰਸ਼ਟਾਚਾਰ ਦੁਨੀਆ ਵਿੱਚ ਫੈਲਿਆ ਹੋਇਆ, ਉਹ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਆ ਅਸੀਂ ਰੱਬ ਦੇ ਭਗਤ ਹਾਂ। ਜਿਹੜੇ ਹੇਰਾ ਫੇਰੀਆਂ ਕਰਦੇ ਆ, ਠੱਗੀਆਂ ਮਾਰਦੇ ਆ, ਜਿਹੜੇ ਦੁਨੀਆ ਦੇ ਵਿੱਚ ਪਾਪ ਕਮਾ ਰਹੇ ਆ, ਉਹ ਵੀ ਆਪਣੇ ਮੂੰਹੋਂ ਕਹਿੰਦੇ ਆ ਅਸੀਂ ਭਗਤ ਹਾਂ। ਮੁੱਖੋਂ ਕਹਿਣਾ ਤੇ ਬੜਾ ਸੌਖਾ ਹੈ ਵੀ ਅਸੀਂ ਰੱਬ ਦੇ ਭਗਤ ਹਾਂ, ਪਰ ਇਹ ਤੇ ਅੰਦਰ ਦਾ ਲੱਛਣ ਦੱਸੇਗਾ, ਇਹ ਤੇ ਅੰਦਰ ਦਾ ਜੀਵਨ ਦੱਸੇਗਾ, ਇਹ ਤੇ ਅੰਦਰ ਦਾ ਗੁਣ ਦੱਸੇਗਾ ਵੀ ਇਹ ਕਿੰਨਾ ਕੁ ਅੰਦਰੋਂ ਰੱਬ ਦਾ ਭਗਤ ਹੈ। ਇਸ ਲਈ ਸਭ ਕਹਿੰਦੇ ਨੇ ਮੈਂ ਦੇਖਿਆ ਸਭ ਕੋ ਤੇਰਾ ਭਗਤ ਕਹਾਏ, ਕਹਾਏ ਆਪਣੇ ਆਪ ਨੂੰ ਕਹਾ ਰਹੇ ਨੇ, ਪਰ 15 ਦੇ 15 ਭਗਤ ਸਹਿਬਾਨ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਉਹਨਾਂ ਨੇ ਕਿਤੇ ਨਹੀਂ ਆਪਣੇ ਆਪ ਨੂੰ ਕਹਾਇਆ ਕਿ ਮੈਂ ਭਗਤ ਹਾਂ, ਕਿਤੇ ਨਹੀਂ ਕਹਾਇਆ। ਉਹਨਾਂ ਨੇ ਤੇ ਆਪਣੇ ਆਪ ਨੂੰ ਰੱਬ ਦੇ ਘਰ ਦਾ ਕੂਕਰ ਜ਼ਰੂਰ ਕਹਾਇਆ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚਾਂ ਤੈਂ ਜਾਓ। ਉਹਨਾਂ ਨੇ ਆਪਣੇ ਆਪ ਨੂੰ ਸਮਰਪਣ ਕਰਕੇ ਆਖਿਆ ਵੀ ਮੇਰੀ ਹੋਂਦ ਪਰਮੇਸ਼ਵਰ ਕਰਕੇ ਹੈ, ਤੇ ਮੈਂ ਕਿਵੇਂ ਆਪਣੇ ਆਪ ਨੂੰ ਕਹਾਵਾਂ ਕਿ ਮੈਂ ਭਗਤ। ਉਹਨਾਂ ਨੇ ਤੇ ਬੇਨਤੀਆਂ ਕੀਤੀਆਂ ਕਿ ਮਾਲਕ ਜੀਓ, ਸਾਡੇ ਜੀਵਨ ਦੀ ਅਵਸਥਾ ਜਿਹੜੀ ਅੰਦਰ ਦੀ ਹੈ ਨਾ, ਉਸ ਹਿਸਾਬ ਦੇ ਨਾਲ ਤਾਂ ਅਸੀਂ ਤੁਹਾਡੇ ਭਗਤ ਕਹਾਉਣ ਦੇ ਯੋਗ ਹੀ ਨਹੀਂ ਆ, ਕਿਉਂਕਿ ਅੰਦਰ ਭਾਂਡਾ ਤੇ ਹਜੇ ਵਿਕਾਰਾਂ ਨਾਲ ਭਰਿਆ। ਪਰ ਜਿਹੜੇ ਕਹਾ ਰਹੇ ਨੇ ਉਹ ਆਪਣੇ ਮੂੰਹੋਂ ਕਹਾ ਕੇ ਕਹਿੰਦੇ ਆ ਦੁਨੀਆ ਨੂੰ ਵੀ ਤੁਸੀਂ ਸਾਨੂੰ ਭਗਤ ਕਿਹਾ ਕਰੋ, ਬ੍ਰਹਮ ਗਿਆਨੀ ਕਿਹਾ ਕਰੋ। ਕਈ ਤੇ ਕ੍ਰੋਧਿਤ ਵੀ ਹੋ ਜਾਂਦੇ ਆ, ਜੇ ਉਹਨਾਂ ਦੇ ਨਾਮ ਨਾਲ ਬ੍ਰਹਮ ਗਿਆਨੀ ਨਾ ਲਾਓ ਤੇ ਉਹ ਕ੍ਰੋਧਿਤ ਵੀ ਹੋ ਜਾਂਦੇ ਆ ਵੀ ਤੁਸੀਂ ਸਾਡੇ ਨਾਮ ਨਾਲ ਆਹ ਸ਼ਬਦ ਕਿਉਂ ਨਹੀਂ ਲਾਇਆ। ਤੇ ਜਿਹੜਾ ਕ੍ਰੋਧਿਤ ਹੋ ਗਿਆ, ਆਪਣੇ ਨਾਮ ਨਾਲ ਭਗਤ ਸੁਣ ਕੇ ਜਾਂ ਆਪਣੇ ਨਾਮ ਦੇ ਨਾਲ ਬ੍ਰਹਮ ਗਿਆਨੀ ਸੰਤ ਇਸ ਤਰ੍ਹਾਂ ਦੇ ਸ਼ਬਦ ਨਾ ਸੁਣ ਕੇ ਜਿਹੜਾ ਕ੍ਰੋਧਿਤ ਹੋ ਗਿਆ, ਉਹਦੇ ਅੰਦਰ ਤੇ ਭਗਤੀ ਵਾਲਾ ਗੁਣ ਹੀ ਨਹੀਂ ਹੈ। ਖੈਰ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਭ ਕੋ ਤੇਰਾ ਭਗਤ ਕਹਾਏ, ਸਈ ਭਗਤ ਤੇਰੇ ਮਨ ਭਾਏ। ਸਹੀ ਮੈਨੇ ਉਹ ਅਸਲ ਵਿੱਚ ਉਹ ਤੇਰੇ ਭਗਤ ਨੇ ਜਿਹੜੇ ਤੇਰੇ ਮਨ ਨੂੰ ਪਾਉਂਦੇ ਨੇ, ਜਿਹੜੇ ਤੁਹਾਨੂੰ ਪਿਆਰੇ ਲੱਗਦੇ ਨੇ, ਜਿਹੜੇ ਤੁਹਾਡੀ ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ। ਸੱਚ ਬਾਣੀ ਤੁਧ ਹੈ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਜਿਹੜੇ ਸੱਚੀ ਬਾਣੀ
ਦੇ ਨਾਲ ਜੁੜ ਕੇ ਤੁਧ ਹੈ ਸਲਾਹਨ, ਕੇਵਲ ਤੇ ਕੇਵਲ ਤੁਹਾਡੀ ਸਿਫਤੋ ਸਲਾਹ ਹੀ ਕਰਦੇ ਆ। ਰੰਗ ਰਾਤੇ ਪ੍ਰੇਮ ਦੇ ਰੰਗ ਵਿੱਚ ਰੱਤੇ ਹੋਏ ਭਗਤ, ਹੁਣ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਉੱਥੇ ਭਗਤ ਦੇ ਤੱਤੇ ਨੂੰ ਔਂਕੜ ਸੀ, ਉੱਥੇ ਭਗਤ ਦੀ ਗੱਲ ਹੋ ਰਹੀ ਸੀ, ਇੱਥੇ ਭਗਤੀ ਹੈ। ਕਹਿੰਦੇ ਨੇ ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਭਗਤੀ ਕਰ ਰਹੇ ਨੇ, ਸੱਚੀ ਬਾਣੀ ਦੇ ਨਾਲ ਜੁੜ ਕੇ ਸਿਫਤ ਸਲਾਹ ਕਰਦੇ ਨੇ, ਉਹੀ ਵਾਹਿਗੁਰੂ ਜੀ ਭਗਤ ਨੇ। ਔਰ ਉਹ ਤੁਹਾਡੇ ਮਨ ਨੂੰ ਜਿਹੜੇ ਭਾਉਂਦੇ ਨੇ ਉਹ ਨੇ ਅਸਲ ਵਿੱਚ ਭਗਤ। ਕਹਿਣ ਨੂੰ ਕਹਾਉਣ ਨੂੰ ਸਾਰੀ ਦੁਨੀਆ ਆਪਣੇ ਆਪ ਨੂੰ ਭਗਤ ਕਹੀ ਜਾਏ, ਪਰ ਅਸਲ ਭਗਤ ਉਹ ਹੈ ਜਿਹੜਾ ਪ੍ਰੇਮ ਰੰਗ ਦੇ ਵਿੱਚ ਰੰਗਿਆ, ਨਾਮ ਰੰਗ ਵਿੱਚ ਰੰਗਿਆ ਹੋਇਆ, ਦਿਨ ਰਾਤ ਭਗਤੀ ਦੇ ਵਿੱਚ ਲੀਨ ਰਹਿ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਦਾ ਹੈ। ਜਿਹੜੇ ਆਪਣੇ ਮੂੰਹੋਂ ਭਗਤ ਕਹਾਉਂਦੇ, ਅਸੀਂ ਮੂੰਹੋਂ ਕਹਾਉਂਦੇ ਆ, ਬਹੁਤ ਨੇ ਐਸੇ ਜਿਹੜੇ ਗੁਰੂ ਦੇ ਸਿੱਖ ਕਹਾਉਂਦੇ ਆ। ਪੁੱਛਿਆ ਕੌਣ? ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ। ਤੇ ਜੇ ਗੁਰੂ ਦੇ ਸਿੱਖ ਹਾਂ ਤੇ ਫਿਰ ਮੜੀਆਂ ਤੇ ਮਸਾਣਾ ਤੇ ਕੀ ਕਰਨ ਜਾਂਦੇ ਆ? ਜੇ ਅਸੀਂ ਸਿੱਖ ਹਾਂ ਤੇ ਫਿਰ ਸਾਡੀ ਰਹਿਤ ਬਹਿਤ ਹੋਣੀ ਚਾਹੀਦੀ ਹੈ, ਰਹਿਤਵਾਨ ਸਾਡਾ ਜੀਵਨ ਹੋਣਾ ਚਾਹੀਦਾ ਹੈ। ਕਿਉਂਕਿ ਮਹਾਰਾਜ ਕਹਿੰਦੇ ਰਹਿਤ ਬਿਨਾ ਨਾ ਸਿੱਖ ਕਹਾਵੈ। ਉੱਦਾਂ ਕਹਾਉਣ ਨੂੰ ਆਪਾਂ ਸਾਰੇ ਕਹਾਈ ਜਾਈਏ, ਪਰ ਜ਼ਿੰਦਗੀ ਵਿੱਚ ਜੇ ਰਹਿਤ ਹੀ ਨਹੀਂ ਹੈ ਸਾਡੀ, ਫਿਰ ਮਹਾਰਾਜ ਕਹਿੰਦੇ ਤੂੰ ਤਾਂ ਸਿੱਖ ਵੀ ਨਹੀਂ ਕਹਾ ਸਕਦਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਿੱਖ ਉਹੀ ਕਹਾ ਸਕਦਾ ਹੈ ਜੋ ਭਲ ਕੇ ਉੱਠਦਿਆਂ ਜਿਹਨੂੰ ਸਭ ਤੋਂ ਪਹਿਲਾਂ ਨਿਰੰਕਾਰ ਯਾਦ ਆਵੇ, ਜਿਹੜਾ ਨਿਰੰਕਾਰ ਦੇ ਰੰਗ ਦੇ ਵਿੱਚ ਰੰਗ ਜਾਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਭਲ ਕੇ ਉੱਠਦਿਆਂ ਹੀ ਨਾਮ ਦੇ ਰੰਗ ਵਿੱਚ ਰੰਗਿਆ ਹੋਵੇ। ਇਸੇ ਤਰ੍ਹਾਂ ਅਸੀਂ ਬਚਨ ਪੜ੍ਹਦੇ ਹਾਂ ਕਿ ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਰਹਿਣੀ ਰਹਿ ਸੋਈ ਸਿੱਖ ਮੇਰਾ। ਮਹਾਰਾਜ ਕਹਿੰਦੇ ਜਿਹੜਾ ਰਹਿਤ ਵਿੱਚ ਹੈ ਨਾ, ਜਿਹਦਾ ਅੰਦਰੋਂ ਜੀਵਨ ਰਹਿਣੀ ਵਾਲਾ ਕਰਨੀ ਵਾਲਾ ਹੈ, ਉਹ ਮੇਰਾ ਸਿੱਖ ਕਹਾਉਂਦਾ ਹੈ। ਇਸੇ ਤਰ੍ਹਾਂ ਰੱਬ ਦੇ ਭਗਤ ਵੀ ਉਹੀ ਅਖਾਉਣ ਦੇ ਯੋਗ ਨੇ ਜਿਹੜੇ ਉਹਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਤੇ ਭਗਤੀ ਵਿੱਚ ਲੀਨ ਹੋ ਕੇ ਸੱਚ ਬਾਣੀ ਤੁਧ ਹੈ ਸਲਾਹਣ, ਸੱਚੀ ਬਾਣੀ ਦੇ ਰਾਹੀਂ, ਸੱਚੇ ਨਾਮ ਰਾਹੀਂ ਕੇਵਲ ਤੇ ਕੇਵਲ ਪਰਮੇਸ਼ਵਰ ਦੀ ਸਿਫਤੋ ਸਲਾਹ ਦੇ ਵਿੱਚ ਜੁੜਦੇ ਨੇ। ਉਹ ਮੇਰੇ ਮਾਲਕ ਨੂੰ ਭਾਉਂਦੇ ਹਨ, ਤੇ ਜਿਹੜੇ ਮੇਰੇ ਮਾਲਕ ਨੂੰ ਭਾਉਂਦੇ ਨੇ ਅਸਲ ਵਿੱਚ ਉਹੀ ਭਗਤ ਕਹਾਉਂਦੇ ਹਨ। ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੁਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਸਭ ਕੋ ਸੱਚੇ, ਸੱਚੇ ਨੂੰ ਸੰਬੋਧਨ ਕੀਤਾ। ਹੇ ਪ੍ਰਭੂ, ਹੇ ਸਦਾ ਸਦੀਵੀ ਰਹਿਣ ਵਾਲੇ ਅਕਾਲ ਪੁਰਖ ਜੀ, ਸਭ ਕੋ ਸੱਚੇ ਹਰ ਜੀਉ ਤੇਰਾ। ਸਦੀਵੀ ਸਦਾ ਜੁਗੋ ਜੁਗ ਅਟਲ ਵਾਹਿਗੁਰੂ ਜੀ, ਇਹ ਸਭ ਤੇਰਾ ਹੀ ਕੁਝ ਹੈ। ਭਾਵ ਜਿੰਨੀ ਵੀ ਸੰਸਾਰ ਦੀ ਰਚਨਾ ਹੈ, ਜਿੰਨੇ ਵੀ ਇਹ ਜੀਵ ਰਚੇ ਨੇ, ਇਹ ਸਭ ਤੇਰੇ ਹੀ ਰਚੇ ਹੋਏ ਨੇ। ਇਹ ਕੁਦਰਤ ਤੁਹਾਡੀਓ ਹੀ ਸਾਜੀ ਹੋਈ ਹੈ। ਜਿਸ ਕੁਦਰਤ ਦੇ ਵਿੱਚ ਸਾਡਾ ਫੇਰਾ ਨਹੀਂ ਮੁੱਕ ਰਿਹਾ, ਆਵਾਗਮਨ ਨਹੀਂ ਮੁੱਕ ਰਿਹਾ, ਆ ਰਹੇ ਹਾਂ ਜਾ ਰਹੇ ਹਾਂ, ਆ ਰਹੇ ਹਾਂ ਜਾ ਰਹੇ ਹਾਂ, ਕਿਉਂਕਿ ਜੀਵਨ ਜਾਚ ਨਹੀਂ ਸਾਨੂੰ ਜਿਹੜੀ ਆ ਉਹ ਸਿੱਖਣ ਨੂੰ ਮਿਲ ਰਹੀ। ਜੀਵਨ ਜੁਗਤ ਤੇ ਜੀਵਨ ਮੁਕਤ ਵਾਲੇ ਰਾਹ ਨਹੀਂ ਅਸੀਂ ਤੁਰ ਪਾ ਰਹੇ ਹਾਂ, ਇਸ ਲਈ ਇਹ ਫੇਰਾ ਮੁੱਕਦਾ ਹੀ ਨਹੀਂ ਪਿਆ ਆਵਾਗਮਨ ਦਾ। ਪਰ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ
ਗੁਰੂ ਦੇ ਰਾਹੀਂ ਜੀਵਨ ਜੁਗਤ ਤੇ ਜੀਵਨ ਮੁਕਤ ਦੀ ਅਵਸਥਾ ਨੂੰ ਸਮਝ ਲਿਆ, ਉਹਨਾਂ ਦਾ ਸਦਾ ਲਈ ਇਹ ਫੇਰਾ ਮੁੱਕ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਕੋਲੋਂ ਜੀਵਨ ਜਾਚ ਸਿੱਖ ਲਈ ਜੀਵਨ ਮੁਕਤ ਹੋਣ ਵਾਸਤੇ, ਉਹਨਾਂ ਦਾ ਫੇਰਾ ਮੁੱਕ ਗਿਆ। ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲੈ ਖੱਖੇ ਨੂੰ ਸਿਹਾਰੀ ਹੈ। ਗੁਰੂ ਦੇ ਸਨਮੁਖ ਹੋ ਕੇ ਜਿਹੜਾ ਮਿਲਿਆ ਤਾਂ ਚੁੱਕੈ ਫੇਰਾ, ਉਹਦਾ ਫੇਰਾ ਹੀ ਚੁੱਕਿਆ ਗਿਆ। ਚੁੱਕੈ ਮੈਨੇ ਮੁੱਕ ਗਿਆ। ਜੀਵ ਆਤਮਾ ਕਰਕੇ, ਕਿਉਂਕਿ ਫੇਰਾ ਸਰੀਰ ਦਾ ਨਹੀਂ ਹੈ, ਅਸੀਂ ਸਰੀਰ ਕਰਕੇ ਆ ਜਾ ਨਹੀਂ ਰਹੇ ਹਾਂ, ਅਸੀਂ ਜੀਵ ਆਤਮਾ ਕਰਕੇ ਆ ਜਾ ਰਹੇ ਹਾਂ। ਸਰੀਰ ਤਾਂ ਜਨਮ ਹੈ, ਸਰੀਰ ਦੀ ਮੌਤ ਹੈ। ਸਰੀਰ ਜਿਹੜਾ ਸੀ ਇਹਦਾ ਜਨਮ ਹੋਇਆ, ਇਹਦੀ ਮੌਤ ਹੋ ਗਈ, ਪਰ ਜਿਹੜੀ ਸਾਡੀ ਜੀਵ ਆਤਮਾ ਹੈ ਇਹਦਾ ਆਉਣਾ ਜਾਣਾ ਇਹ ਉਨਾ ਚਿਰ ਹੈ ਜਿੰਨਾ ਚਿਰ ਇਹ ਨਿਰੰਕਾਰ ਵਿੱਚ ਲੀਨ ਨਹੀਂ ਹੋ ਜਾਂਦੀ। ਇਸ ਲਈ ਜਿਹੜੇ ਗੁਰੂ ਸਾਹਿਬ ਦੇ ਸਨਮੁਖ ਹੋਏ ਉਹਨਾਂ ਨੂੰ ਫਿਰ ਵਾਹਿਗੁਰੂ ਪਰਮੇਸ਼ਵਰ ਦਾ ਮਿਲਾਪ ਹੋਇਆ, ਤੇ ਜਿਨ੍ਹਾਂ ਨੂੰ ਮਿਲਾਪ ਹੋਇਆ ਉਹਨਾਂ ਦੀ ਜ਼ਿੰਦਗੀ ਵਿੱਚੋਂ ਆਵਾਗਮਨ ਵਾਲਾ ਫੇਰਾ ਸਦਾ ਲਈ ਮੁੱਕ ਜਾਂਦਾ ਹੈ। ਜਾਂ ਤੁਧ ਭਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਤੇ ਜਿਹੜੇ ਗੁਰੂ ਦੇ ਸਨਮੁਖ ਹੋਏ, ਗੁਰੂ ਸਾਹਿਬ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਨਿਰੰਕਾਰ ਨੂੰ ਮਿਲਣਾ ਕੀਤਾ, ਉਹ ਕਹਿੰਦੇ ਵਾਹਿਗੁਰੂ ਜੀ ਜਾਂ ਤੁਧ ਭਾਵੈ, ਜਦੋਂ ਤੁਹਾਨੂੰ ਭਾਉਂਦਾ ਹੈ ਤਾਂ ਨਾਇ ਰਚਾਵੈ, ਤਾਂ ਇਹ ਨਾਮ ਸਾਡੇ ਅੰਦਰ ਰਚ ਜਾਂਦਾ ਹੈ। ਨਹੀਂ ਤਾਂ ਬੰਦਾ ਇਹੀ ਕਹਿੰਦਾ ਵੀ ਮੈਂ ਨਾਮ ਜਪਦਾ, ਮੈਂ ਪਾਠ ਕਰਦਾ, ਮੈਂ ਨਿਤਨੇਮ ਕਰਦਾ, ਮੈਂ ਸਿਮਰਨ ਕਰਦਾ, ਮੈਂ ਇੰਨਾ ਪਾਠ ਕੀਤਾ, ਮੈਂ ਇੰਨਾ ਪਾਠ ਕਰਦਾ। ਪਰ ਜਿਹੜੇ ਤਾਂ ਗੁਰਮੁਖ ਮਿਲੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਨੂੰ ਮਿਲਦੇ ਆ, ਉਹਨਾਂ ਅੰਦਰ ਮੈਂ ਨਹੀਂ ਹੁੰਦੀ। ਉਹ ਕਹਿੰਦੇ ਵਾਹਿਗੁਰੂ ਜੀ ਜਾਂ ਤੁਧ ਭਾਵੈ, ਜਦੋਂ ਤੁਹਾਨੂੰ ਭਾਉਂਦਾ ਹੈ ਤਾਂ ਨਾਇ ਰਚਾਵੈ, ਤੂੰ ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਰੰਗ ਲੈਣਾ ਹੈ, ਜਾਂ ਉਹਨਾਂ ਦੇ ਨਾਮ ਅੰਦਰ ਰਚ ਲੈ ਜਾਂਦਾ ਹੈ। ਤੂੰ ਆਪੇ ਨਾਉ ਜਪਾਵਣਿਆ। ਹੇ ਅਕਾਲ ਪੁਰਖ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਨਾਮ ਜਪਾਉਣ ਵਾਲੇ ਹੋ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ, ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਰਿਪੀਟ ਕਰਨੀਆਂ ਜ਼ਰੂਰੀ ਨੇ। ਅਸੀਂ ਨੇਮ ਤੋਂ ਪ੍ਰੇਮ ਤੱਕ ਦਾ ਸਫ਼ਰ ਨਿਤ ਕਰਨਾ ਹੈ, ਕਿਉਂਕਿ ਨੇਮ ਵਿੱਚ ਮੈਂ ਹੈ। ਮੈਂ ਇੰਨਾ ਨਿਤਨੇਮੀ ਹਾਂ, ਮੈਂ ਇੰਨਾ ਨਿਤਨੇਮ ਕਰਦਾ ਹਾਂ, ਮੇਰਾ ਇੰਨੇ ਵਜੇ ਦਾ ਨਿਤਨੇਮ ਹੈ। ਗੱਲ ਤੇ ਫਿਰ ਮੈਂ ਤੇ ਅਟਕ ਗਈ ਆ ਕੇ। ਅਸੀਂ ਤੇ ਆਪਣੇ ਅੰਦਰ ਦੀ ਹਉਮੈ ਨੂੰ ਮਿਟਾਉਣਾ ਹੈ, ਪਰ ਜਿਹਨੇ ਆਪਣੇ ਅੰਦਰ ਦੀ ਹਉਮੈ ਨੂੰ ਮਿਟਾਇਆ ਕਿੱਥੇ? ਨੇਮ ਵਿੱਚ ਨਹੀਂ, ਪ੍ਰੇਮ ਵਿੱਚ ਜਾ ਕੇ। ਕਿਉਂਕਿ ਮੈਂ ਤਾਂ ਪ੍ਰੇਮ ਵਿੱਚ ਹੀ ਪਰੇ ਹੋਣੀ ਆ ਨਾ। ਜਿਨ੍ਹਾਂ ਨੇ ਨੇਮ ਨਿਭਾਉਂਦੇ ਨਿਭਾਉਂਦੇ ਪ੍ਰੇਮ ਦਾ ਜਾਗ ਆਪਣੇ ਅੰਦਰ ਲਾ ਲਿਆ, ਉਹ ਫਿਰ ਮੈਂ ਨਹੀਂ ਕਰਦਾ। ਉਹ ਕਹਿੰਦਾ ਤੂੰ ਆਪੇ ਨਾਉ ਜਪਾਵਣਿਆ। ਵਾਹਿਗੁਰੂ ਜੀ ਤੁਸੀਂ ਆਪ ਹੀ ਨਾਮ ਜਪਾਉਣ ਵਾਲੇ ਹੋ, ਤੇ ਜਿਹੜਾ ਨੇਮ ਵਿੱਚ ਹੈ ਉਹ ਕਹਿੰਦਾ ਮੈਂ ਨਾਮ ਜਪਦਾ। ਅਸੀਂ ਰੋਜ਼ ਨੇਮ ਤੋਂ ਪ੍ਰੇਮ ਦਾ ਸਫ਼ਰ ਕਰਨਾ ਹੈ, ਪ੍ਰੀਤ ਤੋਂ ਪ੍ਰਤੀਤ ਦਾ ਸਫ਼ਰ ਕਰਨਾ ਹੈ। ਜੇ ਪ੍ਰੀਤ ਹੋਏਗੀ ਤਾਂ ਹੀ ਪ੍ਰਤੀਤ ਭਰੋਸਾ ਅੰਦਰ ਵੱਜੇਗਾ, ਤੇ ਜੇ ਪ੍ਰੀਤ ਨਹੀਂ ਤਾਂ ਫਿਰ ਪ੍ਰਤੀਤ ਵੀ ਨਹੀਂ ਅੰਦਰ। ਜੇ ਨੇਮ ਵੀ ਨਹੀਂ ਤੇ ਪ੍ਰੇਮ ਵੀ ਨਹੀਂ ਅੰਦਰ ਬਣਨਾ। ਇਸ ਲਈ ਸਤਿਗੁਰੂ ਮਹਾਰਾਜ ਕਿਰਪਾ ਕਰਨ, ਜਿਨ੍ਹਾਂ ਦਾ ਰੋਜ਼ ਦਾ ਨੇਮ ਹੈ ਉਹਨਾਂ ਅੰਦਰ ਪ੍ਰੇਮ ਬਣ ਜਾਏ, ਜਿਹੜੇ ਪ੍ਰੀਤ ਕਰਦੇ ਆ ਉਹਨਾਂ ਅੰਦਰ ਪ੍ਰਤੀਤ ਆ ਜਾਏ। ਜਿਸ ਦਿਨ ਅਸੀਂ ਪ੍ਰੀਤ ਤੋਂ ਪ੍ਰਤੀਤ ਤੱਕ, ਨੇਮ ਤੋਂ ਪ੍ਰੇਮ ਤੱਕ ਪਹੁੰਚਾਂਗੇ, ਫਿਰ ਅਸੀਂ ਵੀ ਇਹੀ ਕਵਾਂਗੇ ਵਾਹਿਗੁਰੂ ਜੀ ਤੁਸੀਂ ਆਪ ਹੀ ਅੰਦਰ ਨਾਮ ਜਿਹੜਾ ਹੈ ਉਹ ਸਾਡੇ ਮਨ ਤੱਕ ਪਹੁੰਚਾਉਣ ਵਾਲੇ ਹੋ, ਔਰ ਆਪ ਹੀ ਸਾਡੇ ਤੇ ਤੁਰ ਉੱਠ ਕੇ ਸਾਡੇ ਕੋਲੋਂ ਨਾਮ ਜਪਾਉਣ ਵਾਲੇ ਹੋ। ਪਰ
ਹੁਣ ਨੇਮ ਤੋਂ ਪ੍ਰੇਮ, ਪ੍ਰੀਤ ਤੋਂ ਪ੍ਰਤੀਤ, ਇਹ ਕਿਹਦੇ ਰਾਹੀਂ ਪਹੁੰਚਿਆ ਜਾਏਗਾ? ਗੁਰੂ ਦੇ ਰਾਹੀਂ। ਕਿਹਦੇ ਆਸਰੇ ਆਪਾਂ ਚੱਲਣਾ? ਗੁਰੂ ਸਾਹਿਬ ਦੇ ਰਾਹੀਂ। ਗੁਰਮੁਖ ਮਿਲੈ ਤਾਂ ਝੂਕੈ ਫੇਰਾ, ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਜਿਨ੍ਹਾਂ ਦਾ ਮੇਲ ਹੋ ਗਿਆ ਵਾਹਿਗੁਰੂ ਜੀ ਨਾਲ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਰਾਹੀਂ, ਉਹ ਫਿਰ ਵਾਹਿਗੁਰੂ ਜੀ ਨੂੰ ਕਹਿੰਦੇ ਆ, ਵਾਹਿਗੁਰੂ ਤੁਸੀਂ ਆਪ ਹੀ ਨਾਮ ਜਪਾਉਣ ਵਾਲੇ ਹੋ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ, ਇਕਸ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਫਿਰ ਕਿਰਪਾ ਕਰਦੇ ਨੇ ਕਿ ਗੁਰਮਤੀ ਹਰ ਮਨ ਵਸਾਇਆ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਗੁਰੂ ਦੀ ਮੱਤ ਦੁਆਰਾ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਵਸ ਗਿਆ। ਨੰਨੇ ਨੂੰ ਸਿਆਰੀ, ਉਹਨਾਂ ਦੇ ਮਨ ਵਿੱਚ ਵਸ ਗਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਉਹਨਾਂ ਦੇ ਮਨ ਵਿੱਚ ਨਾਮ ਵਸਿਆ, ਤੇ ਜਦੋਂ ਨਾਮ ਵਸਿਆ, ਹਰਖ ਸੋਗ ਸਭ ਮੋਹ ਗਵਾਇਆ। ਉਹਦੇ ਲਈ ਜ਼ਿੰਦਗੀ ਵਿੱਚੋਂ ਹਰਖ ਸੋਗ ਵਾਲੀ ਅਵਸਥਾ ਖਤਮ ਹੋ ਗਈ, ਦੁੱਖ ਸੁੱਖ ਵਾਲੀ, ਖੁਸ਼ੀ ਗਮ ਵਾਲੀ ਅਵਸਥਾ ਖਤਮ ਹੋ ਗਈ। ਉਹ ਹੁਣ ਡੋਲਦੇ ਨਹੀਂ। ਉਹਨਾਂ ਅੰਦਰੋਂ ਮੋਹ ਜਿਹੜਾ ਸੀ, ਇਹ ਮੋਹ ਵੀ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਨਾਲ ਮਨ ਵਿੱਚ ਨਾਮ ਵਸਾ ਲਿਆ, ਉਹ ਦੁੱਖ ਸੁੱਖ, ਹਰਖ ਸੋਗ, ਖੁਸ਼ੀ ਗਮ ਤੋਂ ਨਿਆਰੇ ਹੋ ਗਏ, ਔਰ ਮੋਹ ਦੀਆਂ ਤੰਦਾਂ ਵੀ ਉਹਨਾਂ ਦੇ ਅੰਦਰੋਂ ਟੁੱਟ ਗਈਆਂ। ਜਦੋਂ ਮੋਹ ਦੀਆਂ ਤੰਦਾਂ ਟੁੱਟੀਆਂ, ਹਰਖ ਸੋਗ ਤੋਂ, ਮਾਨ ਅਪਮਾਨ ਤੋਂ ਨਿਆਰੇ ਹੋ ਗਏ। ਇਕਸ ਸਿਉ ਲਿਵ ਲਾਗੀ, ਫਿਰ ਲਿਵ ਇੱਕ ਨਾਲ ਲੱਗ ਗਈ। ਇਹਦਾ ਮਤਲਬ ਜਿੰਨਾ ਚਿਰ ਅਸੀਂ ਹਰਖ ਸੋਗ ਵਿੱਚ ਉਤਰਾ ਚੜਾ ਸਾਡੀ ਜ਼ਿੰਦਗੀ ਵਿੱਚ ਆਉਂਦਾ ਰਹੇਗਾ, ਅਸੀਂ ਕਦੇ ਪ੍ਰਸੰਨ ਹੋ ਜਾਂਦੇ ਹਾਂ, ਕਦੇ ਗਮ ਵਿੱਚ ਡੁੱਬ ਜਾਂਦੇ ਹਾਂ, ਕਦੇ ਮਨ ਨੂੰ ਖੁਸ਼ੀ ਮਿਲਦੀ ਆ, ਕਦੇ ਚਿੰਤਾ ਵਿੱਚ ਡੋਲ ਜਾਂਦਾ ਹੈ। ਇਹ ਹਜੇ ਉਤਰਾ ਚੜਾ ਜ਼ਿੰਦਗੀ ਵਿੱਚ ਆ ਰਿਹਾ ਹੈ। ਪਰ ਜਦੋਂ ਸਮ ਇੱਕ ਬਰਾਬਰ ਹੋ ਜਾਏਗਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਵਾਲੀ ਅਵਸਥਾ ਬਣ ਜਾਏਗੀ, ਉਹ ਮੋਹ ਅੰਦਰੋਂ ਦੀ ਨਿਕਲ ਜਾਏਗਾ, ਫਿਰ ਇੱਕ ਨਾਲ ਲਿਵ ਲੱਗਣੀ ਹੈ। ਜਿੰਨਾ ਚਿਰ ਆ ਅੰਦਰ ਖੇਡ ਵਰਤ ਰਹੀ ਹੈ, ਸਾਡੀ ਲਿਵ ਨਹੀਂ ਲੱਗ ਸਕਦੀ, ਸਾਡੀ ਸੁਰਤ ਨਹੀਂ ਲੱਗ ਸਕਦੀ। ਇਸ ਲਈ ਗੁਰੂ ਦੀ ਮੱਤ ਲੈਣੀ ਬਹੁਤ ਜ਼ਰੂਰੀ ਹੈ। ਗੁਰੂ ਦੀ ਮੱਤ ਰਾਹੀਂ ਮਨ ਵਿੱਚ ਨਾਮ ਵਸਦਿਆਂ ਹੀ ਹਰਖ ਸੋਗ ਸਭ ਮੋਹ ਗਵਾਇਆ। ਤੇ ਉਹਦੇ ਨਾਲ ਕੀ ਹੋਇਆ? ਇਕਸ ਸਿਉ ਲਿਵ ਲਾਗੀ, ਇੱਕ ਵਾਹਿਗੁਰੂ ਜੀ ਨਾਲ ਲਿਵ ਲੱਗ ਗਈ, ਉਹਦੇ ਚਰਨਾਂ ਨਾਲ ਸੁਰਤ ਜੁੜ ਗਈ। ਸਦ ਹੀ ਹਰ ਨਾਮ ਮਨ ਵਸਾਵਣਿਆ। ਜਿਹਦੇ ਸੁਰਤ ਜੁੜ ਗਈ, ਉਹਦੇ ਮਨ ਦੇ ਵਿੱਚ ਸਦਾ ਹਰੀ ਦਾ ਨਾਮ ਵਸ ਜਾਂਦਾ ਹੈ। ਤੇ ਕਦੇ ਵੀ ਉਹਦੇ ਮਨ ਵਿੱਚੋਂ ਨਾਮ ਵਿਸਰਦਾ ਨਹੀਂ। ਦੁੱਖ ਹੋਵੇ, ਸੁੱਖ ਹੋਵੇ, ਵਾਧਾ ਹੋਵੇ, ਘਾਟਾ ਹੋਵੇ, ਕਿਤੇ ਮਾਣ ਮਿਲ ਰਿਹਾ, ਕਿਤੇ ਅਪਮਾਨਿਤ ਹੋ ਰਿਹਾ, ਕਦੇ ਨਹੀਂ ਅੰਦਰੋਂ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਵਿਸਰਦਾ, ਜਿਨ੍ਹਾਂ ਦੀ ਸੁਰਤ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਗੁਰੂ ਦੀ ਮੱਤ ਰਾਹੀਂ ਲੱਗ ਜਾਂਦੀ ਹੈ। ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਨਿਧ ਨਾਮ ਵਸਿਆ ਮਨ ਆਏ। ਪੂਰੇ ਭਾਗ ਸਤ ਗੁਰ ਪਾਇਆ, ਸਬਦੇ ਮੇਲ ਮਿਲਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਫਿਰ ਪੰਜਵੇਂ ਪਦੇ ਵਿੱਚ ਕਿਰਪਾ ਕਰਦੇ। ਭਗਤ ਰੰਗ ਰਾਤੇ, ਇੱਥੇ ਹੁਣ ਭਗਤਾਂ ਦੀ ਗੱਲ ਹੋ ਰਹੀ ਹੈ। ਪ੍ਰੇਮ ਰੰਗ ਦੇ ਵਿੱਚ, ਪ੍ਰੇਮ ਨਾਮ ਰੰਗ ਵਿੱਚ ਜਿਹੜੇ ਰੱਤੇ ਨੇ, ਸਦਾ ਤੇਰਾ ਚਾਏ, ਉਹਨਾਂ ਨੂੰ ਸਦਾ ਤੇਰੇ ਨਾਮ ਵਿੱਚ
ਲੀਨ ਹੋ ਕੇ ਤੇਰੇ ਗੁਣ ਗਾਉਣ ਦਾ ਚਾਉ ਅੰਦਰ ਬਣਿਆ ਰਹਿੰਦਾ ਹੈ। ਉਹ ਸਦਾ ਅੰਦਰੋਂ ਚਾਉ ਵਿੱਚ ਰਹਿੰਦੇ ਆ। ਦੇ ਅੰਦਰ ਗੁਣ ਗਾਉਣ ਦਾ ਚਾਉ ਹੋਏਗਾ ਤੇ ਖਿੜਾਓ ਵੀ ਤਾਂ ਹੀ ਬਣਨਾ। ਨਾਨਕ ਭਗਤਾਂ ਸਦਾ ਉਹ ਵਿਗਾਸ ਤਾਂ ਹੀ ਆਏਗਾ ਜੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਜੇ ਅੰਦਰ ਚਾਉ ਹੋਏਗਾ, ਗੁਣ ਗਾਉਣ ਦੀ ਚਾਹਤ ਅੰਦਰ ਹੋਏਗੀ, ਤਾਂ ਹੀ ਅਸੀਂ ਸਦਾ ਵਿਗਾਸ ਵਿੱਚ, ਖੇੜੇ ਵਿੱਚ ਸਦਾ ਅੰਦਰੋਂ ਖੁਸ਼ੀਆਂ ਨੂੰ ਮਾਣ ਸਕਦੇ ਹਾਂ, ਖੇੜੇ ਵਿੱਚ ਰਹਿ ਸਕਦੇ ਹਾਂ। ਤੇ ਜੇ ਅੰਦਰ ਸਾਡਾ ਚਾਉ ਹੀ ਨਾ ਹੋਇਆ, ਬੱਧਾ ਚੱਟੀ ਵਾਲਾ ਕੰਮ ਹੋਇਆ, ਫਿਰ ਅੰਦਰ ਪੂਰਨ ਖਿੜਾਓ ਨਹੀਂ ਜੇ ਬਣਨਾ। ਫਿਰ ਤਾਂ ਨਿਤਨੇਮ ਕਰਕੇ ਵੀ ਮੱਥੇ ਵੱਟ ਹੀ ਪਿਆ ਰਹਿਣਾ। ਫਿਰ ਤਾਂ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦਾ ਅਭਿਆਸ ਕਰਕੇ ਵੀ ਮਨ ਅੰਦਰ ਖਿਜਿਆ ਦਾ ਖਿਜਿਆ ਹੀ ਰਹਿ ਜਾਣਾ। ਇਸ ਲਈ ਸਾਹਿਬ ਕਹਿੰਦੇ ਜਿਹੜੇ ਭਗਤ ਹੁੰਦੇ ਨੇ ਉਹ ਪ੍ਰੇਮ ਨਾਮ ਰੰਗ ਵਿੱਚ ਰੱਤੇ ਹੋਏ ਸਦਾ ਅੰਦਰ ਉਹਨਾਂ ਦੇ ਚਾਉ ਬਣਿਆ ਰਹਿੰਦਾ ਹੈ। ਨਾਉ ਨਿਧ ਨਾਮ ਵਸਿਆ ਮਨ ਆਏ, ਕਿਉਂਕਿ ਉਹਨਾਂ ਦੇ ਮਨ ਵਿੱਚ ਨਾਉ ਨਿਧ ਨਾਉ ਖਜ਼ਾਨਿਆਂ ਵਾਲਾ ਨਾਮ ਆ ਕੇ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ। ਉਹ ਜਿਹੜੇ ਨੌ ਨਿਧੀਆਂ ਦੇ ਖਜ਼ਾਨੇ ਨੇ, ਸਫਲਤਾ ਕਾਮਯਾਬੀ ਦੇ ਖਜ਼ਾਨੇ ਨੇ, ਉਹ ਪਵਿੱਤਰ ਨਾਮ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ। ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਹੁਣ ਅਸੀਂ ਪੁੱਛਿਆ, ਮਹਾਰਾਜ ਤੁਸੀਂ ਭਗਤ ਦੀ ਗੱਲ ਤਾਂ ਭਗਤਾਂ ਦੀ ਗੱਲ ਤੇ ਦੱਸ ਦਿੱਤੀ ਵੀ ਭਗਤ ਜਿਹੜੇ ਪ੍ਰੇਮ ਰੰਗ ਵਿੱਚ ਰੱਤੇ, ਉਹਨਾਂ ਅੰਦਰ ਸਦਾ ਚਾਉ ਬਣਿਆ ਰਹਿੰਦਾ ਹੈ। ਉਹ ਨੌ ਨਿਧੀਆਂ ਦੇ ਖਜ਼ਾਨੇ ਨਾਮ ਵਿੱਚੋਂ ਪਾ ਕੇ ਮਨ ਵਿੱਚ ਵਸਾ ਲੈਂਦੇ ਆ। ਹੁਣ ਸਾਨੂੰ ਦੱਸੋ ਵੀ ਅਸੀਂ ਇਸ ਰਾਹ ਉੱਤੇ ਕਿਵੇਂ ਤੁਰਾਂਗੇ। ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਅਸੀਂ ਕਦੋਂ ਭਗਤਾਂ ਵਿੱਚ ਗਿਣੇ ਜਾਵਾਂਗੇ? ਹਜੇ ਤੇ ਸੰਸਾਰੀਆਂ ਤੇ ਵਿਕਾਰੀਆਂ ਵਿੱਚ ਗਿਣਤੀ ਆਉਂਦੀ ਹੈ ਸਾਡੀ, ਪਰ ਸਾਡੀ ਗਿਣਤੀ ਭਗਤਾਂ ਦੇ ਵਿੱਚ ਕਦੋਂ ਆਵੇਗੀ? ਮਹਾਰਾਜ ਕਹਿੰਦੇ ਜਦੋਂ ਗੁਰੂ ਰਾਹੀਂ ਤੇਰੇ ਭਾਗ ਜਾਗਣਗੇ, ਜਦੋਂ ਗੁਰੂ ਦੇ ਦੁਆਰਾ ਤੇਰੇ ਭਾਗ ਜਾਗਣਗੇ ਤੇ ਸ਼ਬਦ ਦੇ ਨਾਲ ਤੇਰਾ ਮੇਲ ਵਾਹਿਗੁਰੂ ਜੀ ਨਾਲ ਹੋਏਗਾ, ਫਿਰ ਤੇਰੇ ਜਿਹੜੇ ਆ ਤੇਰੀ ਗਿਣਤੀ ਭਗਤਾਂ ਦੇ ਵਿੱਚ ਆਉਣੀ ਹੈ। ਪੂਰੇ ਭਾਗ ਸਤਿਗੁਰ ਪਾਇਆ, ਜਿਨ੍ਹਾਂ ਨੇ ਸਤਿਗੁਰੂ ਦੇ ਰਾਹੀਂ ਆਪਣੇ ਪੂਰੇ ਭਾਗ, ਪੂਰੇ ਜਿਹੜੇ ਨੇ ਭਾਗ ਆਪਣੇ ਪਾ ਲਏ, ਭਾਵ ਪੂਰੇ ਭਾਗਾਂ ਵੱਡੇ ਭਾਗਾਂ ਵਾਲੇ ਹੋ ਗਏ। ਸ਼ਬਦੇ ਮੇਲ ਮਿਲਾਵਣਿਆ, ਸ਼ਬਦੇ ਗੁਰੂ ਨੇ ਸ਼ਬਦ ਰਾਹੀਂ ਉਹਨਾਂ ਦਾ ਮੇਲ ਨਿਰੰਕਾਰ ਵਾਹਿਗੁਰੂ ਜੀ ਨਾਲ ਕਰਵਾਤਾ। ਤੇ ਜਿਨ੍ਹਾਂ ਦਾ ਮੇਲ ਵਾਹਿਗੁਰੂ ਜੀ ਨਾਲ ਕਰਵਾਇਆ ਸ਼ਬਦ ਦੇ ਰਾਹੀਂ, ਸ਼ਬਦ ਦੇ ਦੁਆਰਾ, ਸਾਹਿਬ ਜੀ ਕਹਿੰਦੇ ਫਿਰ ਉਹ ਇਸ ਭਗਤਾਂ ਦੀ ਅਵਸਥਾ ਵਾਲੇ ਹੋ ਜਾਂਦੇ ਆ। ਉਹ ਫਿਰ ਜਦੋਂ ਇਸ ਅਵਸਥਾ ਤੇ ਆਉਂਦੇ ਨੇ, ਉਹ ਫਿਰ ਆਪਣੇ ਮੂੰਹੋਂ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ, ਹੇ ਵਾਹਿਗੁਰੂ ਜੇ ਮੈਂ ਆਖਦਾ ਤੇ ਮੈਂ ਜਿਉਂਦਾ ਹਾਂ, ਤੇ ਜੇ ਇੱਕ ਪਲ ਵੀ ਤੁਹਾਨੂੰ ਵਿਸਾਰਦਾ ਤੇ ਮੈਨੂੰ ਇਦਾਂ ਲੱਗਦਾ ਜਿਵੇਂ ਆਤਮਕ ਮੌਤ ਹੋ ਗਈ ਹੈ, ਜਿਵੇਂ ਮੇਰੇ ਅੰਦਰ ਦੀ ਜ਼ਮੀਰ ਮਰ ਗਈ ਹੈ। ਇਸ ਲਈ ਸਾਹਿਬ ਕਹਿੰਦੇ ਭਗਤ ਸਦਾ ਰੰਗ ਵਿੱਚ ਰੱਤੇ ਹੋਏ ਉਹ ਮਾਲਕ ਦੇ ਗੁਣ ਚਾਉ ਵਿੱਚ ਆ ਕੇ ਗਾਉਂਦੇ ਹਨ ਤੇ ਉਹ ਨਵ ਨਿਧੀਆਂ ਦੇ ਖਜ਼ਾਨੇ ਪਾ ਲੈਂਦੇ ਹਨ। ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮਿਲਹਿ ਗੁਰਮੁਖ ਜਾਤਾ, ਤੂੰ ਆਪੇ ਦੇਵਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਛੇਵੇਂ ਪਦੇ ਨੂੰ ਸਮਝਣ ਲਈ ਫਿਰ ਪੰਜਵੇਂ ਪਦੇ ਦੀ ਵਿਚਾਰ ਨੂੰ ਸਮਝੀਏ। ਪੂਰੇ ਭਾਗ ਸਤਿਗੁਰ ਪਾਇਆ। ਪਹਿਲੇ ਤੇ ਸਤਿਗੁਰੂ ਦੇ ਦਰ ਤੇ ਆਉਣ ਵਾਸਤੇ ਵੀ ਕੁਝ ਸਾਨੂੰ ਚੰਗੇ ਭਾਗ ਚਾਹੀਦੇ ਆ, ਚੰਗੀ ਸੋਚ ਚਾਹੀਦੀ ਹੈ
क्योंकि जब लो नहीं भाग लिलार उदय तब लो भ्रमते फिरते बहुत आयो। उन्ना चिर ते असीं बाहर ही भटक रहे हैं, अधूरियां थावां ते ही भटक रहे हैं, अधूरियां दे चरनां 'ਚ ही पैरां 'ਚ ही डिग रहे हैं। हाँ, कुछ अंदर कण होएगा चंगा ਜਿਹੜਾ ਸਾਨੂੰ ਸਤਿਗੁਰੂ ਤੱਕ ਲੈ ਆਏਗਾ। ਤੇ ਸਤਿਗੁਰੂ ਫਿਰ ਸਾਡੇ ਜਿਹੜੇ ਆ, ਜੇ 1% ਵੀ ਅਸੀਂ ਅੰਦਰੋਂ ਜਾਗੇ ਆ ਤੇ ਸਤਿਗੁਰੂ ਨੇ ਸ਼ਬਦ ਨਾਲ ਜੋੜ ਕੇ ਸਾਨੂੰ ਅੰਦਰੋਂ ਪੂਰਨ ਤੌਰ ਤੇ ਜਗਾ ਦੇਣਾ। ਤੇ ਜਿਹਦੇ ਚੰਗੇ ਭਾਗ, ਵੱਡੇ ਭਾਗ ਹੋਏ, ਜਿਹਦੀ ਸੁਰਤ ਵਾਹਿਗੁਰੂ ਨਾਲ ਜੁੜੀ, ਉਹ ਕੀ ਕਹਿੰਦਾ? ਤੂੰ ਦਇਆਲ ਸਦਾ ਸੁਖ ਦਾਤਾ। ਉਹ ਫਿਰ ਕਹਿੰਦਾ ਵੀ ਵਾਹਿਗੁਰੂ ਤੁਸੀਂ ਦਇਆਲ ਹੋ, ਦਇਆ ਦੇ ਘਰ 'ਚ ਰਹਿਣ ਵਾਲੇ ਔਰ ਸੁੱਖਾਂ ਦੇ ਦਾਤੇ ਹੋ। ਤੂੰ ਆਪੇ ਮੇਲਹਿ ਗੁਰਮੁਖ ਜਾਤਾ। ਤੂੰ ਆਪ ਹੀ ਆਪਣਾ ਮੇਲ ਬਖਸ਼ਦਾ ਹੈ। ਇਹ ਕਿਵੇਂ ਜਾਣਿਆ? ਗੁਰਮੁਖ ਜਾਤਾ, ਗੁਰੂ ਦੇ ਸਨਮੁਖ ਹੋ ਕੇ ਜਾਣਿਆ, ਗੁਰੂ ਦੇ ਰਾਹੀਂ, ਗੁਰੂ ਦੇ ਸ਼ਬਦ ਦੁਆਰਾ ਜਾਣਿਆ ਕਿ ਤੁਸੀਂ ਆਪਣਾ ਮੇਲਾ ਆਪ ਬਖਸ਼ਦੇ ਹੋ। ਤੂੰ ਆਪੇ ਦੇ ਮਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਤੁਸੀਂ ਆਪ ਹੀ ਆਪਣੇ ਨਾਮ ਦੀ ਵਡਿਆਈ ਸਾਡੀ ਝੋਲੀ ਵਿੱਚ ਪਾਉਂਦੇ ਹੋ। ਤੁਸੀਂ ਆਪ ਹੀ ਤੁਰੁੱਠ ਕੇ ਨਾਮ ਦੀ ਵਡਿਆਈ ਸਾਡੇ ਝੋਲੀ ਵਿੱਚ ਪਾ ਕੇ ਸਾਨੂੰ ਨਾਮ ਦੇ ਰੰਗ ਵਿੱਚ ਰਤਦੇ ਹੋ, ਜਿਹਦੇ ਨਾਲ ਅਸੀਂ ਸੁੱਖ ਪਾਉਂਦੇ ਹਾਂ। ਇਹ ਕੌਣ ਆਖੇਗਾ? ਜਿਹੜਾ ਗੁਰੂ ਦੇ ਸਨਮੁਖ ਹੋਇਆ ਹੈ, ਜਿਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਬਾਰੇ ਜਾਣ ਲਿਆ, ਉਹ ਆਖੇਗਾ ਕਿ ਉਹ ਆਪ ਹੀ ਪਰਮੇਸ਼ਵਰ ਨਾਮ ਦੀ ਦਾਤ ਦੇਣ ਵਾਲਾ, ਆਪ ਹੀ ਨਾਮ ਦੇ ਰੰਗ ਵਿੱਚ ਰਤਨ ਵਾਲਾ ਔਰ ਆਪ ਹੀ ਸੁੱਖਾਂ ਦਾ ਦਾਤਾ ਤੇ ਦਇਆ ਦੇ ਘਰ ਵਿੱਚ ਰਹਿਣ ਵਾਲਾ ਦਿਆਲੂ ਹੈ। ਗੁਰਮੁਖ ਜਾਤਾ, ਇਹ ਗੁਰੂ ਦੇ ਸਨਮੁਖ ਰਹਿ ਕੇ ਹੀ ਜਾਣਿਆ ਜਾਂਦਾ ਹੈ। ਤੇ ਜਿਹੜੇ ਗੁਰੂ ਦੇ ਸਨਮੁਖ ਹੋਏ, ਉਹਨਾਂ ਨੇ ਇਹ ਜਾਣ ਲਿਆ ਹੈ। ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਏਕਸ ਸਿਉ ਮਨ ਰਹਿਆ ਸਮਾਏ, ਮਨ ਮੰਨਿਆ ਮਨ ਹੈ ਮਿਲਾਵਣਿਆ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਗੁਰੂ ਸਾਹਿਬ ਜੀ ਦੀ ਮੱਤ ਲਈ, ਉਹਨਾਂ ਨੇ ਅਕਾਲ ਪੁਰਖ ਨੂੰ ਜਾਣ ਲਿਆ, ਉਹਨਾਂ ਨੇ ਕੁਦਰਤ ਵਿੱਚ ਕਾਦਰ ਨੂੰ ਜਾਣ ਲਿਆ, ਉਹਨਾਂ ਨੇ ਇਸ ਜੀਵਨ ਦੇ ਅੰਦਰ ਰੱਬੀ ਜੋਤ ਨੂੰ ਜਾਣ ਲਿਆ। ਗੁਰਮੁਖ ਖੱਕੇ ਨੂੰ ਸਿਹਾਰੀ, ਗੁਰੂ ਦੇ ਸਨਮੁਖ ਹੋਣ ਵਾਲਿਆਂ ਨੇ ਜਾਤਾ ਅਕਾਲ ਪੁਰਖ ਨੂੰ, ਕੁਦਰਤ ਵਿੱਚ ਕਾਦਰ ਨੂੰ ਜਾਣ ਲਿਆ। ਤੇ ਜਿਨ੍ਹਾਂ ਨੇ ਜਾਣਿਆ ਦੂਜਾ ਕੋ ਨਹੀਂ, ਉਹ ਫਿਰ ਕਦੇ ਦੂਜੇ ਵੱਲ ਧਿਆਨ ਨਹੀਂ ਦਿੰਦੇ, ਉਹਨਾਂ ਦੀ ਸੁਰਤ ਕਦੇ ਦੂਜੇ ਪਾਸੇ ਨਹੀਂ ਜਾਂਦੀ, ਉਹ ਕਦੇ ਦੂਜੇ ਦਾ ਆਸਰਾ ਨਹੀਂ ਲੈਂਦੇ, ਉਹ ਕਦੇ ਦੂਜੇ ਤੇ ਭਰੋਸਾ ਨਹੀਂ ਰੱਖਦੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਹੁਣ ਗੁਰਮੁਖ ਜਾਤਾ, ਜਿਨ੍ਹਾਂ ਨੇ ਗੁਰੂ ਰਾਹੀਂ ਜਾਣ ਲਿਆ, ਦੂਜਾ ਕੋ ਨਹੀਂ, ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਸਦਾ ਸਦਾ ਸਾਚੇ ਤੁਧ ਸਲਾਹੀ, ਸਦਾ ਸਦਾ ਹਮੇਸ਼ਾ, ਹਰ ਵਕਤ, ਹਰ ਸਮੇਂ, ਹਰ ਟਾਈਮ, ਉਹ ਫਿਰ ਸੱਚੇ ਦੀ ਹੀ ਸਿਫਤ ਸਲਾਹ ਕਰਦੇ ਆ, ਉਹ ਸੱਚੇ ਦੇ ਹੀ ਗੁਣ ਗਾਉਂਦੇ ਆ। ਤੇ ਜਿਹੜੇ ਉਸ ਕਰਤੇ ਨੂੰ ਸਮਝ ਲੈਂਦੇ ਆ ਨਾ, ਉਹ ਆਖਦੇ ਨੇ ਵਾਹਿਗੁਰੂ ਜੀ ਜੇ ਸੁੱਖ ਦੇ, ਜੇ ਤੂੰ ਸਾਨੂੰ ਸੁੱਖ ਦੇਂਗਾ ਤਾਂ ਅਸੀਂ ਤੇਰੀ ਹੀ ਆਰਾਧਨਾ ਕਰਨੀ ਹੈ, ਜੇ ਤੂੰ ਸਾਨੂੰ ਦੁੱਖ ਦੇਂਗਾ ਅਸੀਂ ਤਾਂ ਵੀ ਤੈਨੂੰ ਹੀ ਧਿਆਉਣਾ ਹੈ, ਕਿਉਂਕਿ ਤੇਰੇ ਤੋਂ ਬਿਨਾ ਹੋਰ ਦੂਜਾ ਸਾਨੂੰ ਦਿਸਦਾ ਹੀ ਕੋਈ ਨਹੀਂ। ਫਿਰ ਉਹ ਸਦਾ ਸਦਾ ਸਾਚੇ ਤੁਧ ਸਲਾਹੀ, ਉਹ ਸੱਚੇ ਨੂੰ ਹੀ ਸਹਿਲਾਉਂਦੇ ਨੇ, ਸੱਚੇ ਦੀ ਸਿਫਤ ਸਲਾਹੀ ਕਰਦੇ ਨੇ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਜਾਣ ਲਿਆ। ਏਕਸ ਸਿਉ ਮਨ ਰਹਿਆ ਸਮਾਏ, ਫਿਰ ਉਹਨਾਂ ਦੇ ਮਨ ਵਿੱਚ ਇੱਕੋ ਹੀ ਸਦਾ ਸਮਾਇਆ ਰਹਿੰਦਾ ਹੈ।
ਉਹਨਾਂ ਦੇ ਮਨ ਵਿੱਚ ਇੱਕੋ ਹੀ ਪਰਮੇਸ਼ਵਰ ਦਾ ਨਾਮ ਸਮਾ ਜਾਂਦਾ ਹੈ। ਮਨ ਮੰਨਿਆ, ਕਿਉਂਕਿ ਉਹਨਾਂ ਦਾ ਮਨ ਮੰਨ ਜਾਂਦਾ ਹੈ, ਮਨ ਰਾਜੀ ਹੋ ਜਾਂਦਾ ਹੈ। ਮਨ ਨਹੀਂ ਨਾ ਮੰਨਦਾ, ਜਪਜੀ ਸਾਹਿਬ ਦਾ ਪਾਠ ਕੀਤਾ ਮਨ ਨਹੀਂ ਮੰਨਦਾ ਪਿਆ, ਮਨ ਕਹਿੰਦਾ ਵੀ ਫਲਾਣੀ ਥਾਂ ਤੇ ਸਿਆਣਾ ਬੈਠਾ, ਉਹਨੂੰ ਵੀ ਜਾ ਕੇ ਪੁੱਛ ਆਈਏ ਕਿ ਮੇਰੇ ਘਰ ਦਾ ਕਲੇਸ਼ ਕਿਉਂ ਨਹੀਂ ਮੁੱਕਦਾ। ਫਲਾਣੇ ਥਾਂ ਦੇ ਉੱਤੇ ਬਾਬਾ ਬੈਠਾ, ਉਹ ਧਾਗਾ ਤਵੀਤ ਬਣਾ ਕੇ ਦਿੰਦਾ, ਬੜਾ ਆਰਾਮ ਆ ਜਾਂਦਾ। ਜਪਜੀ ਸਾਹਿਬ ਦਾ ਪਾਠ ਕੀਤਾ ਪਰ ਹਜੇ ਮਨ ਨਹੀਂ ਨਾ ਮੰਨਿਆ, ਮਨ ਹਜੇ ਦੂਜੇ ਪਾਸੇ ਜਾਂਦਾ। ਪਰ ਜਿਨ੍ਹਾਂ ਦਾ ਮਨ ਮੰਨ ਗਿਆ, ਭਾਵ ਮਨ ਰਾਜੀ ਹੋ ਗਿਆ ਕਿ ਤੁਧ ਬਿਨ ਦੂਜਾ ਨਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਜਿਨ੍ਹਾਂ ਦਾ ਮਨ ਮੰਨ ਗਿਆ, ਉਹਨਾਂ ਦੇ ਫਿਰ ਮਨ ਦੇ ਵਿੱਚ ਪਰਮੇਸ਼ਵਰ ਵਸ ਜਾਂਦਾ ਹੈ। ਤੇ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਹੈ, ਏਕਸ ਸਿਉ ਮਨ ਰਹਿਆ ਸਮਾਏ, ਉਹ ਜੋ ਮਰਜੀ ਜਿੱਦਾਂ ਦਾ ਮਰਜੀ ਸਮਾਂ ਆਵੇ, ਉਹਨਾਂ ਦੇ ਮਨ ਵਿੱਚ ਹਮੇਸ਼ਾ ਇੱਕ ਦਾ ਨਾਮ ਹੀ ਸਮਾਇਆ ਰਹਿੰਦਾ ਹੈ ਤੇ ਉਹ ਸਦਾ ਸੱਚੇ ਦੀ ਸਿਫਤ ਸਲਾਹ ਹੀ ਕਰਦੇ ਹਨ। ਗੁਰਮੁਖ ਹੋਵੈ ਸੋ ਸਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮਿਲਾਵਣਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ 8ਵੇਂ ਪਦੇ ਵਿੱਚ ਕਿਰਪਾ ਕਰਦੇ, ਗੁਰਮੁਖ ਹੋਵੇ, ਜੇ ਕੋਈ ਗੁਰੂ ਦੇ ਸਨਮੁਖ ਹੋਵੇ, ਸਨਮੁਖ ਕਿਨੇ ਹੋਣਾ? ਮਨ ਕਰਕੇ। ਜਿਹੜੇ ਗੁਰੂ ਸਾਹਿਬ ਜੀ ਦੇ ਮਨ ਕਰਕੇ ਸਨਮੁਖ ਹੁੰਦੇ ਨੇ, ਸੋ ਸਾਲਾਹੇ ਉਹੀ ਕਰਤੇ ਦੀ ਸਿਫਤ ਸਲਾਹ ਵਿੱਚ ਜੁੜਦੇ ਨੇ, ਉਹ ਸੱਚੀ ਬਾਣੀ ਦਾ ਅਭਿਆਸ ਕਰਦੇ ਨੇ, ਉਹ ਸੱਚੇ ਦੇ ਗੁਣ ਗਾਉਂਦੇ ਨੇ। ਜਿੰਨਾ ਚਿਰ ਅਸੀਂ ਮਨ ਕਰਕੇ ਨਹੀਂ ਨਾ ਗੁਰੂ ਦੇ ਸਨਮੁਖ ਹੁੰਦੇ, ਫਿਰ ਤੇ ਅਸੀਂ ਇੱਥੇ ਵੀ ਮੱਥਾ ਟੇਕਾਂਗੇ, ਫਿਰ ਤੇ ਅਸੀਂ ਮੜੀਆਂ ਤੇ ਵੀ ਟੇਕਾਂਗੇ, ਮਸਾਣਾ ਤੇ ਵੀ ਟੇਕਾਂਗੇ, ਫਿਰ ਅਸੀਂ ਕਈਆਂ ਥਾਵਾਂ ਤੇ ਸਾਡਾ ਸਿਰ ਝੁਕ ਜਾਏਗਾ। ਜੇ ਅਸੀਂ ਮਨ ਕਰਕੇ ਗੁਰੂ ਦੇ ਸਨਮੁਖ ਨਾ ਹੋਏ, ਤੇ ਜਿਹੜਾ ਗੁਰੂ ਦੇ ਸਨਮੁਖ ਮਨ ਕਰਕੇ ਹੋ ਗਿਆ, ਉਹ ਹਮੇਸ਼ਾ ਕਰਤੇ ਨੂੰ ਹੀ ਸਹਲਾਉਂਦਾ ਹੈ, ਉਹ ਕਰਤੇ ਦੇ ਹੀ ਸਦਾ ਗੁਣ ਗਾਉਂਦਾ ਹੈ ਕਿ ਉਹਨੂੰ ਪਤਾ ਹੈ ਕਿ ਸਾਚੇ ਠਾਕੁਰ ਬੇਪਰਵਾਹੇ, ਕਿ ਮੇਰਾ ਠਾਕੁਰ ਜਿਹੜਾ ਸਭ ਤੋਂ ਉੱਚਾ ਹੈ, ਹਮਾਰਾ ਠਾਕੁਰ ਸਭ ਤੇ ਉੱਚਾ, ਜਿਹੜਾ ਸਭ ਤੋਂ ਉੱਚਾ ਹੈ, ਉਹ ਬੇਪਰਵਾਹ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਜਦੋਂ ਉਹ ਕਿਸੇ ਨੂੰ ਬਖਸ਼ਿਸ਼ਾਂ ਦਿੰਦਾ ਹੈ ਤੇ ਕਿਸੇ ਦੀ ਪਰਵਾਹ ਕਰਕੇ ਨਹੀਂ ਦਿੰਦਾ ਕਿ ਫਲਾਣਾ ਕੀ ਸੋਚੇਗਾ ਤੇ ਫਲਾਣਾ ਕੀ ਸੋਚੇਗਾ, ਉਹ ਬੇਪਰਵਾਹ ਹੈ। ਤੇ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਕਰਤੇ ਨੂੰ ਸਹਿਲਾਉਣ ਲੱਗ ਜਾਂਦੇ ਨੇ, ਉਹ ਵੀ ਬੇਪਰਵਾਹ ਵਾਲਾ ਜੀਵਨ ਜਿਉਂਦੇ ਆ, ਉਹ ਪਰਵਾਹ ਨਹੀਂ ਕਰਦੇ। ਦੁਨੀਆ ਦੇ ਵਿੱਚ ਕਈ ਪ੍ਰਕਾਰ ਦੇ ਡਰ ਸਾਡੇ ਮਨ ਵਿੱਚ ਬੈਠੇ ਹੋਏ ਨੇ, ਕਈ ਪ੍ਰਕਾਰ ਦੇ। ਉਸ ਡਰ ਸਾਨੂੰ ਕਈਆਂ ਦੀ ਪਰਵਾਹ ਕਰਨ ਤੇ ਮਜਬੂਰ ਕਰ ਦਿੰਦਾ ਹੈ। ਫਿਰ ਬੰਦਾ, ਜਦੋਂ ਅਸੀਂ ਇਸ ਦੁਨੀਆ ਦੀ ਜਾਂ ਵਹਿਮ ਭਰਮ ਕਰਮ ਕਾਂਡ ਵਿੱਚ ਪੈ ਕੇ ਪਰਵਾਹ ਕਰਦੇ ਆ ਨਾ, ਫਿਰ ਅਸੀਂ ਆਪਣੇ ਰਾਹ ਤੋਂ ਭਟਕ ਜਾਂਦੇ ਆ, ਫਿਰ ਜਿੱਦਾਂ ਕੋਈ ਕਹਿੰਦਾ ਕਰੀ ਜਾਓ। ਪਰ ਜਿਨ੍ਹਾਂ ਨੇ ਕਰਤੇ ਨੂੰ ਸਹਿਲਾ ਕੇ ਬੇਪਰਵਾਹ ਵਾਹਿਗੁਰੂ ਜੀ ਦੇ ਗੁਣ ਗਾ ਕੇ ਆਪਣਾ ਜੀਵਨ ਵੀ ਬੇਪਰਵਾਹ ਵਾਲਾ ਬਣਾ ਲਿਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਉਹ ਕੇਵਲ ਤੇ ਕੇਵਲ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਉਹ ਫਿਰ ਆਪਣਾ ਖੋਪਰ ਵੀ ਲਵਾ ਲੈਂਦੇ ਆ ਬੇਪਰਵਾਹ ਹੋ ਕੇ, ਵੀ ਪਰਵਾਹ ਹੀ ਕੋਈ ਨਹੀਂ ਹੈ, ਪਰ ਮੈਂ ਆਪਣਾ ਸਿੱਖੀ ਸਿਦਕ ਨਿਭਾਉਣਾ, ਪਰਵਾਹ ਕੋਈ ਨਹੀਂ, ਖੋਪਰ ਲੈਂਦਾ ਲੈ ਜੇ। ਉਹ ਪਰਵਾਹ ਨਹੀਂ ਕਰਦੇ ਵੀ ਬੇਪਰਵਾਹ ਨਾਲ ਜਦੋਂ ਜੁੜ ਗਏ ਆ, ਹੁਣ ਭਾਵੇਂ ਉਬਲਦੇ ਪਾਣੀ 'ਚ ਕੋਈ ਬਿਠਾ ਦੇ, ਪਰਵਾਹ ਹੀ ਕੋਈ ਨਹੀਂ ਹੈ। ਹੁਣ ਭਾਵੇਂ ਕੋਈ ਚਰਖਣੀ ਤੇ ਚਾੜ ਕੇ ਘੁਮਾ ਦੇਵੇ, ਪਰਵਾਹ ਹੀ ਕੋਈ ਨਹੀਂ ਹੈ, ਕਿਉਂਕਿ ਹੁਣ ਬੇਪਰਵਾਹ ਨਾਲ ਜੁੜ ਕੇ ਜੀਵਨ ਬੇਪਰਵਾਹ ਵਾਲਾ ਹੋ ਗਿਆ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਹੋਏ, ਉਹਨਾਂ ਨੇ ਕਰਤੇ ਨੂੰ ਸਹਲਾਇਆ,
ਤੇ ਜਿਨ੍ਹਾਂ ਨੇ ਸੱਚੇ ਠਾਕੁਰ ਵਾਹਿਗੁਰੂ ਨੂੰ ਸਹਲਾਇਆ, ਉਹ ਬੇਪਰਵਾਹ ਨੂੰ ਸਿਮਰ ਕੇ ਉਹਨਾਂ ਦਾ ਜੀਵਨ ਵੀ ਜਿਹੜਾ ਉਹ ਬੇਪਰਵਾਹ ਵਾਲਾ ਹੋ ਜਾਂਦਾ ਹੈ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਨਾਮ ਵਸੈ ਮਨ ਅੰਤਰ, ਉਹਨਾਂ ਦੇ ਮਨ ਅੰਦਰ ਪਰਮੇਸ਼ਵਰ ਦਾ ਨਾਮ ਵਸਦਾ ਹੈ। ਗੁਰ ਸ਼ਬਦੀ ਹਰ ਮਿਲਾਵਣਿਆ, ਜਿਹੜੇ ਗੁਰੂ ਦੇ ਸਨਮੁਖ ਮਨ ਕਰਕੇ ਹੁੰਦੇ ਨੇ ਤੇ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਕਰਤੇ ਨੂੰ ਸਹਿਲਾਉਂਦੇ ਨੇ, ਫਿਰ ਇੱਕ ਦਿਨ ਉਹਨਾਂ ਦਾ ਮੇਲ ਹਰੀ ਵਾਹਿਗੁਰੂ ਜੀ ਨਾਲ ਹੋ ਜਾਂਦਾ ਹੈ। ਸਾਡਾ ਗੁਰੂ ਦੇ ਦਰ ਤੇ, ਸਤਿਗੁਰੂ ਦੇ ਦਰ ਤੇ ਆਉਣ ਦਾ ਮਕਸਦ ਹੀ ਇਹ ਹੈ ਕਿ ਵਾਹਿਗੁਰੂ ਜੀ ਤੁਹਾਡੇ ਦਰ ਤੇ ਆਏ ਆ ਤੇ ਤੁਹਾਡੇ ਰਾਹੀਂ ਹੀ ਸਾਡੇ ਤੇ ਕਿਰਪਾ ਹੋਣੀ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੈ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੈ। ਬੜਾ ਚਿਰ ਹੋ ਗਿਆ, ਬੜੇ ਵਾਰ ਫੇਰੇ ਦੁਨੀਆ 'ਚ ਪੈ ਚੁੱਕੇ ਆ, ਪਰ ਇਸ ਵਾਰ ਅਸੀਂ ਗੁਰੂ ਸਾਹਿਬ ਦੇ ਮਨ ਕਰਕੇ ਸਨਮੁਖ ਹੋਣਾ ਹੈ ਤੇ ਗੁਰੂ ਸਾਹਿਬ ਜੀ ਦੀ ਮੱਤ ਲੈ ਕੇ ਪ੍ਰੇਮ ਰੰਗ ਦੇ ਵਿੱਚ ਰੰਗਿਆ, ਅਸੀਂ ਨਾਮ ਦੇ ਰੰਗ ਵਿੱਚ ਰੰਗਿਆ, ਉਸ ਕਰਤੇ ਨੂੰ ਪਾਉਣਾ ਹੈ। ਕੁਦਰਤ ਵਿੱਚ ਕਰਤੇ ਨੂੰ ਜਾਣ ਕੇ ਉਹਦੇ ਵਿੱਚ ਸਦਾ ਲਈ ਆਤਮਕ ਤਲ ਤੇ ਲੀਨ ਹੋ ਜਾਣਾ ਹੈ। ਇਸ ਲਈ ਅਰਦਾਸ ਕਰੀਏ, ਬੇਨਤੀ ਕਰੀਏ ਕਿ ਸਤਿਗੁਰੂ ਅਸੀਂ ਕੇਵਲ ਤਨ ਕਰਕੇ ਹੀ ਤੁਹਾਡੇ ਸਨਮੁਖ ਨਾ ਹੁੰਦੇ ਰਹੀਏ, ਅਸੀਂ ਮਨ ਕਰਕੇ ਤੁਹਾਡੇ ਸਨਮੁਖ ਹੋ ਕੇ ਤੇ ਤੁਹਾਡੀ ਮੱਤ ਲੈ ਕੇ ਇਹ ਬੇਨਤੀਆਂ ਕਰਨ ਆਏ ਆ। ਸਾਡੇ ਤੇ ਕਿਰਪਾ ਕਰ ਦਿਓ। ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ। बहुत जन्म बिछड़े थे माधो, बहुत जन्म बिछड़े थे माधो, यह जन्म तुम्हारे लेखे, यह जन्म तुम्हारे लेखे। जन्म कह रविदास आस लग जीवा, कह रविदास आस लग जीवा। चिर पयो दर्शन देखे, चिर पयो दर्शन देखे। चिर यह जन्म तुम्हारे लेखे, यह जन्म तुम्हारे लेखे। जन्म वाहिगुरु 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 वाहिगुरु, वाहिगुरु 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 वाहिगुरु। वाहिगुरु 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 वाहिगुरु, वाहिगुरु 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 वाहिगुरु। यह जन्म तुम्हारे लेखे, यह जन्म तुम्हारे लेखे। ਗੁਰੂ ਵਾਲੇ ਬਣੀਏ, ਗੁਰੂ ਦੀ ਮੱਤ ਲੈ ਕੇ ਚੱਲੀਏ, ਮਨ ਕਰਕੇ ਗੁਰੂ ਸਾਹਿਬ ਜੀ ਦੇ ਸਨਮੁਖ ਹੋਈਏ।
ਤੇ ਇਹ ਬੇਨਤੀਆਂ ਕਰਦਿਆਂ ਨਾਮ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆਂ ਆਪਣਾ ਜੀਵਨ ਕਥਨੀ ਤੇ ਕਰਨੀ ਵਾਲਾ ਬਣਾਉਂਦਿਆਂ ਹੋਇਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣਾ ਸਕੀਏ। ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਨਾਮ ਬਾਣੀ ਦੇ ਰੰਗ ਦੇ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਮਹਾਰਾਜ ਜੀ ਬਖਸ਼ ਦੇਣ, ਅੱਗੇ ਤੋਂ ਮੇਰ ਭਰਿਆ ਹੱਥ ਰੱਖਣ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਗੁਰਮੁਖ ਹੋਵੈ ਸੋ ਸਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮਿਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।